ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋਂ, ਹਿਰਦੇ ਧਿਆਵੋਂ। ਅਮਰਦਾਸ ਗੁਣ ਗਾਵੋਂ, ਗੁਰ ਰਾਮਦਾਸ ਗੁਣ ਗਾਵੋਂ। ਸ਼੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਹਰੀ ਰਾਏ ਕਰ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਗੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਧੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਕ੍ਰਿਤ ਕੇ ਕਰ ਸਤਿਗੁਰੂ, ਨਿਸਾ ਭਈ ਪੁਨ ਆਏ। ਗ੍ਰਹਿ ਪ੍ਰਵੇਸ਼ ਭੋਜਨ ਛਕਿਓ, ਬੈਠ ਪ੍ਰਿਅੰਕ ਸੁਹਾਏ। ਇਸ ਕ੍ਰਿਤ ਕੇ ਕਰ ਸਤਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗਰੀਬ ਨਵਾਜ ਅੰਤਰਜਾਮੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਕਿਰਪਾ ਹੋ ਰਹੀ ਹੈ। ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਦੇ ਅੰਦਰ ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ, ਸੋਧਾ ਰਹਿਰਾਸ ਸਾਹਿਬ ਜੀ ਦੇ ਜਾਪ, ਗੁਰੂ ਚਰਨਾਂ ਅੰਦਰ ਅਰਦਾਸ, ਪਾਵਨ ਸ਼੍ਰੀ ਮੁਖਵਾਕ ਆਪ ਗੁਰਸਿੱਖ ਮਾਈ ਭਾਈ ਨੇ ਸੰਗਤ ਰੂਪ ਅੰਦਰ ਸੁਣਨਾ ਕੀਤਾ ਹੈ। ਜੋ ਸੰਧਿਆ ਦੇ ਵਕਤ ਗੁਰ ਇਤਿਹਾਸ ਦੀ ਕਥਾ ਆਰੰਭ ਹੈ, ਉਸ ਦਾ ਸਮਾਂ ਹੋਇਆ ਹੈ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰ ਅਰਜੁਨ ਪ੍ਰਤੱਖ ਹਰ, ਹਰੀ ਦੇ ਸਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਨੇੜੇ ਆ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਦੋਹ ਪੁਰਖ ਵਿਦਾਤੇ ਤਾ ਤੂੰ ਸੋਹਿਆ। ਇਸ ਧਰਤੀ ਤੋਂ ਚਾਲੇ ਪਾਉਂਦੇ ਹਨ
ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਤੇ ਬਖਸ਼ਿਸ਼ਾਂ ਕਰਦੇ ਹਨ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਭਾਈ ਬਹਿਲੋ ਆਦਿ ਗੁਰੂ ਕੇ ਸਿੱਖਾਂ ਨੂੰ ਗੁਰੂ ਨਾਨਕ ਦੇ ਘਰ ਦੀ ਜਿਹੜੀ ਸੇਵਾ ਉਹ ਸੌਂਪਦੇ ਹਨ। ਕਿਵੇਂ ਫਿਰ ਮਹਾਰਾਜ ਲਾਹੌਰ ਦੀ ਧਰਤੀ ਤੇ ਜਾਣਗੇ, ਭਾਈ ਸੱਧੂ ਦੇ ਘਰ ਅੰਦਰ ਉਹਨੂੰ ਨਿਹਾਲ ਕਰਨਗੇ, ਫਿਰ ਜਹਾਂਗੀਰ ਬਾਦਸ਼ਾਹ ਦੇ ਨਾਲ ਮੁਲਾਕਾਤ ਹੋਵੇਗੀ, ਫਿਰ ਚੰਦੂ ਜਿਹੜਾ ਹੈ ਉਹ ਆਪਣੇ ਘਰ ਵਿੱਚ ਲੈ ਕੇ ਜਾਵੇਗਾ। ਇਹ ਸਾਰੇ ਜਿਹੜੇ ਪ੍ਰਸੰਗ ਹਨ ਆਪਾਂ ਐਤਵਾਰ ਤੱਕ ਸਰਵਣ ਕਰਨੇ ਹਨ। ਗੁਰੂ ਚਰਨਾਂ ਅੰਦਰ ਮਨ ਬਿਰਤੀਆਂ ਨੂੰ ਜੋੜੀਏ, ਰਸਨਾ ਨੂੰ ਕਰੀਏ ਪਵਿੱਤਰ, ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਕ੍ਰਿਤ ਕੋ ਕਰ ਸਤਿਗੁਰੂ, ਨਿਸਾ ਭਈ ਪੁਨ ਆਏ। ਸਾਰੇ ਕੰਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਹੈ। ਜਾ ਕਰਕੇ ਰਾਤ ਨੂੰ ਮਹਿਲਾਂ ਦੇ ਵਿੱਚ ਆਰਾਮ ਕੀਤਾ, ਦਿਨ ਚੜਿਆ ਹੈ। ਗ੍ਰਹਿ ਪ੍ਰਵੇਸ਼ ਭੋਜਨ ਕਰਿਓ, ਬੈਠ ਪੁਰਅੰਗ ਸੁਹਾਏ। ਫਿਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸ਼ਾਮ ਦੇ ਸਮੇਂ ਲੰਗਰ ਪਾਣੀ ਛਕਦੇ ਨੇ। ਫਿਰ ਕਹਿੰਦੇ ਆਪਣੇ ਸੋਹਣੇ ਪਲੰਗਾਂ ਦੇ ਉੱਪਰ ਜਾ ਕਰਕੇ ਸੁਭਾਈਮਾਨ ਹੁੰਦੇ ਹਨ। ਸਵਾਦੀ ਸ੍ਰੀ ਗੰਗਾ ਚਲ ਆਈ। ਇੰਨੇ ਸਮੇਂ ਨੂੰ ਸਾਧ ਸੰਗਤ ਜੀ ਜਗਤ ਮਾਤਾ ਗੁਰੂ ਕੇ ਮਹਿਲ ਸਾਡੇ ਮਾਤਾ ਜੀ ਮਾਤਾ ਗੰਗਾ ਜੀ ਚੱਲ ਕਰਕੇ ਪਤੀ ਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦੇ ਹਨ। ਬੈਠੀ ਨਿਕਟ ਦੇਖ ਸੁਖ ਪਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ ਹਨ, ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ ਤੇ ਮਾਤਾ ਗੰਗਾ ਜੀ ਨੇ ਬੜੇ ਆਨੰਦ ਨੂੰ, ਸੁਖ ਨੂੰ ਮਾਣਿਆ ਹੈ। ਸ੍ਰੀ ਅਰਜਨ ਸਭ ਬਾਤ ਬਖਾਨੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਰੀ ਜਿਹੜੀ ਵਾਰਤਾ ਹੈ ਕਿ ਸਾਡਾ ਸਮਾਂ ਨੇੜੇ ਆ ਗਿਆ ਹੈ, ਇਹ ਸਾਰੀ ਵਾਰਤਾ ਆਪਣੇ ਮਹਿਲ ਸਾਡੇ ਮਾਤਾ ਗੰਗਾ ਜੀ ਨੂੰ ਕਹਿਣਾ ਕੀਤੀ ਹੈ। ਸੁਨੋ ਆਰਜੇ ਭਾਗ ਮਹਾਨੀ। ਸੱਚੇ ਪਾਤਸ਼ਾਹ ਕਹਿੰਦੇ ਇਹ ਵੱਡਿਆਂ ਭਾਗਾਂ ਵਾਲੀਏ ਸੋਨਾ ਕਰ। ਲਵ ਪਰ ਕੋ ਹਮ ਕਰਹਿ ਪਿਆਨਾ। ਸੱਚੇ ਪਾਤਸ਼ਾਹ ਕਹਿੰਦੇ ਕੱਲ ਨੂੰ ਸਾਡਾ ਲਾਹੌਰ ਦੀ ਧਰਤੀ ਵੱਲ ਚਾਲਾ ਪੈ ਜਾਣਾ ਹੈ, ਭਾਵ ਅਸੀਂ ਲਾਹੌਰ ਦੀ ਧਰਤੀ ਤੇ ਜਾਣਾ ਹੈ। ਰੋਤ ਪ੍ਰਾਤ ਨਿਸ਼ਚੈ ਹੋਏ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਅੱਜ ਰਾਤ ਅਸੀਂ ਬਤੀਤ ਕਰਨੀ ਹੈ ਤੇ ਦਿਨ ਚੜ੍ਹੇਗਾ ਤੇ ਅਸੀਂ ਜ਼ਰੂਰ ਲਾਹੌਰ ਦੀ ਧਰਤੀ ਵੱਲ ਚਾਲੇ ਪਾ ਦੇਣੇ ਹਨ। ਤਉ ਸੁਤ ਸਗਲ ਕਾਜ ਕੋ ਸਿਆਨਾ। ਸੱਚੇ ਪਾਤਸ਼ਾਹ ਕਹਿੰਦੇ ਤੁਹਾਡਾ ਸੁਪੁੱਤਰ ਹਰਗੋਬਿੰਦ ਸਾਹਿਬ ਬਹੁਤ ਸਿਆਣੇ ਹਨ, ਬੜੇ ਲਾਇਕ ਹਨ, ਬੜੇ ਬੁੱਧੀ ਵਾਲੇ ਹਨ। ਧਰਮ ਧੀਰ ਧਰ ਧਰਨ ਸਮਾਨਾ। ਕਹਿੰਦੇ ਧਰਮ ਨੂੰ ਧਾਰਨ ਵਾਲੇ ਨੇ, ਧਰਤੀ ਦੇ ਵਾਂਗ ਜਿਨ੍ਹਾਂ ਵਿੱਚ ਧੀਰਜ ਹੈ। ਨਹੀਂ ਸਦੀਵ ਦੇਹ ਇਹ ਰਹਿ। ਸੱਚੇ ਪਾਤਸ਼ਾਹ ਆਪਣੇ ਮਹਿਲ ਸਾਡੇ ਮਾਤਾ ਗੰਗਾ ਜੀ ਨੂੰ ਕਹਿ ਰਹੇ ਨੇ ਕਿ ਇਹ ਜਿਹੜੇ ਸਰੀਰ ਹਨ ਇਹ ਸਦੀਵੀ ਰਹਿਣ ਵਾਲੇ ਨਹੀਂ ਹਨ। ਜਾਂ ਤੇ ਸੁਮਤ ਸਨੇਹ ਨਾ ਗਹਿ। ਇਸ ਕਰਕੇ ਜਿਹੜੇ ਸ੍ਰੇਸ਼ਟ ਬੁੱਧੀ ਵਾਲੇ ਨੇ, ਗਿਆਨਵਾਨ ਨੇ, ਉਹ ਕਦੀ ਵੀ ਸਰੀਰਾਂ ਦੇ ਨਾਲ ਨੇਹ ਨਹੀਂ ਕਰਦੇ, ਪ੍ਰੇਮ ਨਹੀਂ ਕਰਦੇ। ਜੋ ਉਪਜੈ ਸੋ ਬਿਨ ਸੰਹਾਰ। ਸੱਚੇ ਪਾਤਸ਼ਾਹ ਕਹਿੰਦੇ ਕਿ ਜਿਹੜੀ ਚੀਜ਼ ਸੰਸਾਰ ਤੇ ਪੈਦਾ ਹੋਈ ਹੈ ਉਹਨੇ ਇੱਕ ਦਿਨ ਖਤਮ ਹੋ ਜਾਣਾ ਹੈ, ਨਾਸ ਹੋ ਜਾਣਾ ਹੈ। ਤੋ ਨਹੀਂ ਸਿੱਧੇ ਸੋ ਊਚੋ ਸੋ ਹਿਰਨੇ ਹਾਰ। ਇਸ ਕਰਕੇ ਜਿਹੜੀਆਂ ਵੱਡੀਆਂ ਇਮਾਰਤਾਂ ਨੇ, ਵੱਡੀਆਂ ਜਗ੍ਹਾ ਨੇ, ਉੱਚੇ ਪਹਾੜ ਨੇ, ਸਤਿਗੁਰੂ ਜੀ ਕਹਿੰਦੇ ਇੱਕ ਦਿਨ ਉਹ ਡਿੱਗ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਇਹੀ ਸਨਾਤਨ ਦੇਹਨ ਧਰਮ। ਸੱਚੇ ਪਾਤਸ਼ਾਹ ਕਹਿੰਦੇ ਪੁਰਾਤਨ ਤੋਂ ਹੀ, ਸਨਾਤਨ ਨਾਮ ਹੈ ਪੁਰਾਤਨ ਤੋਂ ਇਹ ਸਮਾਂ ਚੱਲਦਾ ਆ ਰਿਹਾ ਹੈ ਕਿ ਜਿਹੜੀ ਚੀਜ਼ ਪੈਦਾ ਹੋਈ ਉਹਨੇ ਖਤਮ ਹੋਣਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਮੋਹਰ ਲਾਈ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਤੇ ਸਤਿਗੁਰੂ ਜੀ ਕਹਿੰਦੇ ਕੋਈ ਚੀਜ਼ ਸੰਸਾਰ ਤੇ ਰਹਿਣ ਵਾਲੀ ਨਹੀਂ ਹੈ, ਨਾਸਵੰਤ ਹੈ। ਇਸ ਮੈਂ ਪ੍ਰੇਮ ਮਹਾ ਔਰ ਭਰਮ। ਜਿਹੜੇ ਜੀਵ ਇਨ੍ਹਾਂ ਦੇਹਾਂ ਦੇ ਨਾਲ ਪ੍ਰੇਮ ਕਰਦੇ ਨੇ ਬਹੁਤ ਵੱਡਾ ਭਰਮ ਹੈ, ਬਹੁਤ ਵੱਡਾ ਬਹੁਤ ਵੱਡਾ ਭਰਮ ਹੈ। ਦਿਨ ਪ੍ਰਤ ਸਭ ਪ੍ਰਣਾਮ ਕੋ ਪਾਵੈ। ਸੱਚੇ ਪਾਤਸ਼ਾਹ ਕਹਿੰਦੇ ਦਿਨ ਪ੍ਰਤ ਦਿਨ ਜਿਹੜਾ ਹੈ ਸਰੀਰ ਜਿਹੜਾ ਹੈ ਘਟਦਾ ਜਾ ਰਿਹਾ ਹੈ। ਪ੍ਰਥਮ ਸਮਾਨ ਸਥਿਰ ਨਾ ਰਹਾਵੈ। ਜਿਵੇਂ ਪਹਿਲਾਂ ਹੈ ਉਦਾਂ ਸਰੀਰ ਨਹੀਂ ਰਹਿੰਦਾ ਹੈ। ਬਾਲਕ ਤੋਂ ਜਵਾਨੀ ਦੀ ਅਵਸਥਾ ਆ ਜਾਂਦੀ ਹੈ, ਸਮਾਂ ਜਿਹੜਾ ਹੈ ਘਟਦਾ ਜਾਂਦਾ ਹੈ। ਬਾਲਕ ਤੇ ਹੋਵੈ ਸੋ ਕੁਮਾਰ। ਕਹਿੰਦੇ ਫਿਰ ਜਵਾਨੀ ਦੀ ਅਵਸਥਾ ਤੋਂ ਪਹਿਲਾਂ ਬਾਲਕ ਹੁੰਦਾ ਹੈ, ਫਿਰ ਜਵਾਨੀ ਦੀ ਅਵਸਥਾ ਆ ਜਾਂਦੀ ਹੈ। ਤਰਨ ਹੋਤ ਪਣ ਬ੍ਰਿਧਤਾ ਤਾਰ। ਫਿਰ ਕਹਿੰਦੇ ਜਵਾਨੀ ਆ ਜਾਂਦੀ ਹੈ ਤੇ ਇੱਕ ਦਿਨ ਐਸਾ ਸਮਾਂ ਆਉਂਦਾ ਹੈ ਜਵਾਨੀ ਤੋਂ ਫਿਰ ਬੁਢੇਪਾ ਆ ਜਾਂਦਾ ਹੈ। ਜਰਾ ਗਰਸੇ ਤਬ ਜੀਰਨ ਹੋਏ। ਫਿਰ ਕਹਿੰਦੇ ਐਸਾ ਸਮਾਂ ਆਉਂਦਾ ਹੈ ਕਿ ਬੁਢੇਪਾ ਆ ਜਾਂਦਾ ਹੈ। ਇੱਕ ਵਿਦਵਾਨ ਦੇ ਮੈਨੂੰ ਬੋਲ ਯਾਦ ਆਏ, ਉਹ ਕਹਿੰਦਾ ਐ ਮੌਲਾ ਤੇਰੀ ਦੁਨੀਆ ਫਾਨੀ ਦੇਖੀ, ਹਰ ਚੀਜ਼ ਜਹਾਂ ਕੀ ਜਾਨੀ ਆਨੀ ਜਾਨੀ ਦੇਖੀ,
जो आके ना जाए वो बुढ़ेपा देखा कि जिहड़ा संसार है यह परमात्मा बड़ा हैरानीजनक है। जिहड़ी जवानी एक बार आ जाए परत के नहीं आउंदी, फिर जदों बुढ़ेपा आ जाए तो परत के जवानी नहीं आउंदी, बल नहीं आउंदी। उही गल महाराज सच्चे पातशाह कह रहे हैं। जरा ग्रसे तब जीर्ण होए। हुण जिहड़ा बुढ़ेपे ने ग्रस लेना कीता है, शरीर जिहड़ा है बड़ा कमजोर हो गया है। बारो अंत समय में सोए। फिर कहते मनुख दा अंतला समा आ जाता है। रहो पीछे कुछ शोक ना मन हो। सच्चे पातशाह कहन लगे माता गंगा जी नूं अपने महल नूं कि साडे मगरों कोई दुख नहीं मनना, कोई चिंता नहीं करनी, परमात्मा दे भाणे दे विच रहना है। देह आप ते तजन ना ठानो। सच्चे पातशाह कहंदे तुहाडा जे शरीर जिहड़ा है संसार ते रवेगा। पुत्र सो पौतरण को सुख देख। सच्चे पातशाह कहंदे अपने महल साडे माता गंगा जी नूं आप जी अपने पुत्र दे सुख नूं वेख के आऊंगे, अपने पोतरियां दे सुख नूं आनंद नूं वेख करके आऊंगे। शादी करहो आनंद वशेख। फिर अपने पुत्र भाव छेवीं जोत महान सूरबीर गुरु हरगोबिंद महाराज जी दा आनंद कारज विआह बड़ी खुशी दे नाल आनंद दे सहित करियो। अंत समा होए प्राप्त जबै। सच्चे पातशाह कहंदे जदों तुहाडा अंतला समा आवेगा हम सो मिले आन तू तबै। गरीब नवाज कहंदे उदों तुसी साडे अंदर आण के अभेद हो जाओगे, भाव तुहानू भी सचखंड दी प्राप्ति हो जावेगी। गंगा सुनी अचानक बाती। जदों साध संगत जी अचनचेत महाराज जी दे पासों ये बोल सुने, वार्ता सुनी माता गंगा जी ने। कमल बलोचन अशुर पपाती। कहंदे माता जी दे नेत्रां दे विचों कहंदे हंझू डिग रहे हन। ਇਹ ਕਿਵੇਂ ਕਹੀ ਆਪਨੇ ਬਾਣੀ। कहन लगे पति देव ये आप जी ने जिहड़ी विछोड़ी दी गल है, शरीर नूं त्यागण दी गल क्यों कही है। ਤੀਖਣ ਤਬਤ ਨਰਾਚ ਸਮਾਨੀ। ਇਹ सच्चे पातशाह ते बहुत तिखियां तीरां दे वांग है आप जी दे बोल। ਸ਼ੁਰਤ ਦਰ ਪਰਵਸ਼ ਦਾ ਮਮ ਬੋਧ। ਇਹ सच्चे पातशाह आप जी दे बोल ਜਿਹੜੇ ਤੀਰ ਦੀ ਨਿਆਈ ਹਨ, ਮੇਰੇ ਕੰਨਾਂ ਰੂਪੀ ਡੋਨਿਆਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰ ਗਏ ਹਨ। ਕਸ ਉਪਦੇਸ਼ਤ ਹੋਆ ਸਮੇਦਾ। ਸੱਚੇ ਪਾਤਸ਼ਾਹ ਮੇਰਾ ਜਿਹੜਾ ਹਿਰਦਾ ਹੈ ਆਪ ਜੀ ਦੇ ਬਚਨਾਂ ਰੂਪੀ ਤੀਰਾਂ ਦੇ ਨਾਲ ਵਿੰਨਿਆ ਗਿਆ ਹੈ। ਧੀਰਜ ਧਰਨ ਬਖਾਣ ਤਿਆਪੂ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਤੇ ਧੀਰਜ ਨੂੰ ਧਾਰਨ ਵਾਲੇ ਹੋ। ਜਿਸ ਤੇ ਇਸ ਜਤ ਆਨੰਦ ਖਾਪੂ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਬੜਾ ਦੁੱਖ ਹੋ ਰਿਹਾ ਹੈ। ਸਭ ਸੰਗਤ ਕੇ ਸਹਿਤ ਕੁਟੰਬੂ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਪਰਿਵਾਰ ਦੇ ਸਮੇਤ ਕਰਨ ਸ਼ਰੇ ਕੋ ਆਪ ਅਲੰਬੂ। ਮਾਤਾ ਗੰਗਾ ਜੀ ਕੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ आप जी सारे सिखां दी सारे परिवार दी कल्याण करने वाले हो, मुक्ति करने वाले हो। श्री हर गोविंद बालक बैसा। माता गंगा जी कहन लगे पति देव अजे तुहाडा जिहड़ा सुपुत्र है बालक अवस्था दे विच है। आव जनावत कारज कैसा। ते अपने आप एडे वड्डे वड्डे गुरु नानक दे जिहड़े घर दे काम ने किवें करनगे। छतर गन सब रचत उपाया। ये सच्चे पातशाह फिर उन्हां दे ते वैरी बड़े हन, ਉਹਨਾਂ ਨੂੰ ਮਾਰਨ ਦੇ ਵਾਸਤੇ ਬੜੇ ਯਤਨ ਕਰਦੇ ਹਨ, ਹੀਲੇ ਕਰਦੇ ਹਨ। ਨੀਠ ਨੀਠ ਨਿਜ ਆਨੰਦ ਬਚਾਇਆ। ਮੈਂ ਤੇ ਬੜਾ ਔਖਾ ਹੋ ਕੇ ਹੌਲੀ ਹੌਲੀ ਆਪਣੇ ਪੁੱਤਰ ਨੂੰ ਬਚਾਉਣਾ ਕੀਤਾ ਹੈ। ਤੁਮ ਸਮਰੱਥ ਹੋ ਨਿਤ ਸਭ ਭਾਂਤੀ। ਇਹ ਸੱਚੇ ਪਾਤਸ਼ਾਹ ਆਪ ਜੀ ਤੇ ਸਰਬ ਕਲਾ ਸਮਰੱਥ ਹੋ, ਭਲੀ ਪ੍ਰਕਾਰ ਸਾਰਿਆਂ ਦੀ ਰੱਖਿਆ ਕਰਨ ਵਾਲੇ ਹੋ। ਕੌਣ ਆਸਰੋ ਗਹਿ ਪਛਤਾਤੀ। ਮਹਾਰਾਜ ਜਦੋਂ ਆਪ ਜੀ ਦੀ ਸ਼ਹਾਦਤ ਹੋ ਗਈ ਤੇ ਸਾਡੂ ਮਹਾਰਾਜ ਕੌਣ ਬਚਾਵੇਗਾ, ਸਾਡੀ ਕੌਣ ਰੱਖਿਆ ਕਰੇਗਾ ਆਪ ਜੀ ਤੋਂ ਬਾਅਦ। ਸ੍ਰੀ ਅਰਜਨ ਜੀ ਪੁਨੇ ਬਖਾਨੀ। ਮਾਤਾ ਗੰਗਾ ਜੀ ਦੀ ਬੇਨਤੀ ਨੂੰ ਸੁਣ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਅਸ ਚਿੰਤਾ ਕਿਮ ਚਿਤ ਮੈਂ ਠਾਨੀ। ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਹੋ ਜੀ ਚਿੰਤਾ ਤੁਸੀਂ ਕਦੇ ਵੀ ਆਪਣੇ ਮਨ ਦੇ ਵਿੱਚ ਨਹੀਂ ਲਿਆਉਣੀ ਹੈ। ਸ੍ਰੀ ਨਾਨਕ ਸਮਰੱਥ ਜਗਨਾਥਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਹਨ। ਤਿਨ ਕੋ ਅਹੈ ਮਾਥ ਪਰ ਹੱਥ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕਿਰਪਾ ਰੂਪੀ ਹੱਥ ਤੁਹਾਡੇ ਸੁਪੁੱਤਰ ਦੇ ਮਸਤਕ ਦੇ ਉੱਪਰ ਹੈ। ਸਦਾ ਸਹਾਇਕ ਬਿਗਨ ਨਾ ਸਾਇਕ। ਉਹ ਹਮੇਸ਼ਾ ਹੀ ਤੁਹਾਡੇ ਪੁੱਤਰ ਦੇ ਸਹਾਇਕ ਹੋਣਗੇ, ਸਾਰੇ ਬਿਗਨਾਂ ਨੂੰ ਪਾਪਾਂ ਨੂੰ ਕੱਟਣ ਵਾਲੇ ਹਨ। ਪ੍ਰਭ ਵਿਸਾਰ ਗਨ ਸ਼ਤਰਨ ਕਾਇਕ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਹਾਡਾ ਸੁਪੁੱਤਰ ਬਹੁਤ ਵੱਡਾ ਹੋਵੇਗਾ, ਵੱਡੇ ਵੱਡੇ ਵੈਰੀਆਂ ਨੂੰ ਘਾਤਕ ਨਾਸ਼ ਕਰੇਗਾ। ਗੁਰ ਪ੍ਰਤਾਪ ਤੇ ਹਰ ਗੋਬਿੰਦ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤਾਪ ਕਰਕੇ ਤੁਹਾਡਾ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ
ਸਾਹਿਬ ਜੀ। ਦਿਨ ਪ੍ਰਤਿਨ ਕੋ ਤੇਜ ਬਲੰਦ, ਦਿਨਾਂ ਪ੍ਰਤੀ ਦਾ ਬਹੁਤ ਤੇਜ ਪ੍ਰਤਾਪ ਜਿਹੜਾ ਹੈ ਸੰਸਾਰ ਤੇ ਵਧੇਗਾ। ਅਪਰਨਾ ਕੀਜੈ ਚਿਤ ਦੁਚਤਾਈ। ਸੱਚੇ ਪਾਤਸ਼ਾਹ ਕਹਿਣ ਲੱਗੇ ਮਾਤਾ ਗੰਗਾ ਜੀ ਨੂੰ ਕਿ ਤੁਸੀਂ ਕਿਸੇ ਪ੍ਰਕਾਰ ਦੀ ਚਿੰਤਾ ਜਿਹੜੀ ਹੈ ਨਹੀਂ ਕਰਨੀ ਹੈ। ਬੇਦੀ ਕੁਲ ਕੈ ਤਿਲਕ ਸੁਹਾਈ। ਬੇਦੀਆਂ ਦੇ ਕੁਲ ਦੇ ਜਿਹੜੇ ਪ੍ਰਕਾਸ਼ ਸਰੂਪ ਹਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ। ਬੇਦੀ ਕੁਲ ਕੈ ਤਿਲਕ ਸਹਾਈ। ਬੇਦੀਆਂ ਦੇ ਕੁਲ ਦੇ ਕਹਿੰਦੇ ਪ੍ਰਕਾਸ਼ ਸਰੂਪ ਹਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ। ਅਸਮੈ ਕਰਨਾ ਧਾਰ ਨਿਹਾਰਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨਗੇ, ਰਹਿਮਤ ਕਰਨਗੇ। ਔਰ ਗੰਗਾ ਕੇ ਮੋਹ ਬਿਦਾਰਾ। ਇਸ ਤਰ੍ਹਾਂ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਆਪਣੇ ਮਹਿਲ ਸਾਡੇ ਮਾਤਾ ਗੰਗਾ ਜੀ ਦੇ ਹਿਰਦੇ ਦੇ ਵਿੱਚੋਂ ਸਾਧ ਸੰਗਤ ਜੀ ਜਿਹੜਾ ਮੋਹ ਹੈ ਉਹ ਖਤਮ ਕਰ ਦਿੱਤਾ ਹੈ। ਪ੍ਰਾਪਤ ਭਇਓ ਗਿਆਨ ਸੁਖ ਦਾਨੀ। ਐਸੀ ਮਹਾਰਾਜ ਸਾਹਿਬ ਦੀ ਕਿਰਪਾ ਹੋਈ ਹੈ ਕਿ ਮਾਤਾ ਗੰਗਾ ਜੀ ਨੂੰ ਵਾਹਿਗੁਰੂ ਪਰਮਾਤਮਾ ਦਾ ਗਿਆਨ ਹੋ ਗਿਆ ਹੈ। ਜਿਵੇਂ ਪਤ ਕਹਿਤ ਸਾਚ ਤਿਮ ਜਾਨੀ। ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਤੀ ਹਨ, ਜਿਵੇਂ ਮਹਾਰਾਜ ਨੇ ਬਚਨ ਕਹੇ, ਸਿੱਖਿਆ ਦਿੱਤੀ, ਉਹਨੇ ਉਪਦੇਸ਼ ਨੂੰ, ਸਿੱਖਿਆ ਨੂੰ ਮਾਤਾ ਜੀ ਨੇ ਸੱਚੇ ਕਰਕੇ ਮੰਨਿਆ। ਕਰ ਕੋ ਜੋਰਤ ਬਾਕ ਬਖਾਨਾ। ਫਿਰ ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜਥਾ ਜੋਗ ਸੋ ਕਰਤ ਤੁਮ ਠਾਨਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਯੋਗ ਹੈ ਉਸੇ ਤਰ੍ਹਾਂ ਆਪ ਜੀ ਕੰਮ ਕਰ ਲੱਗੇ ਹੋ। ਤੁਮ ਤੇ ਅਪਰਨਾ ਸਿਆਨੋ ਕੋਈ। ਇਹ ਗਰੀਬ ਨਵਾਜ ਪਤੀ ਦੇਵ, ਇਹ ਗੁਰੂ ਕੇ ਮਹਿਲ ਸਾਡੇ ਮਾਤਾ ਗੰਗਾ ਜੀ ਬੇਨਤੀ ਕਰ ਰਹੇ ਨੇ। ਆਪ ਜੀ ਵਰਗਾ ਸਿਆਣਾ ਦੁਨੀਆ ਤੇ ਕੋਈ ਨਹੀਂ ਹੈ। ਜੋ ਆਸ਼ੀ ਹੋਏ ਭਾਖੋ ਸੋਈ। ਸੱਚੇ ਪਾਤਸ਼ਾਹ ਜਿਹੜੀ ਵਾਰਤਾ ਚੰਗੀ ਹੈ ਉਹ ਆਪ ਜੀ ਨੇ ਕਹਿਣਾ ਕੀਤੀ ਹੈ। ਏਮ ਸੰਭਾਖਣ ਕਰ ਗੁਰ ਸੋਏ। ਇਸ ਤਰ੍ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਪਣੇ ਮਹਿਲ ਦੇ ਨਾਲ ਗੱਲਾਂ ਬਾਤਾਂ ਕੀਤੀਆਂ। ਜਾਮ ਜਾਮਣੀ ਜਾਗਰਣ ਹੋਏ। ਜਦੋਂ ਕਹਿੰਦੇ ਇੱਕ ਪੈਰ ਰਾਤ ਰਹਿ ਗਈ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਉੱਠੇ ਹਨ। ਕਿਰਿਆ ਇਸ਼ਨਾਨ ਆਦ ਸਭ ਕਰੀ। ਸੱਚੇ ਪਾਤਸ਼ਾਹ ਨੇ ਸਾਰੀ ਕਿਰਿਆ ਕਰਕੇ ਸਾਧ ਸੰਗਤ ਜੀ ਇਸ਼ਨਾਨ ਕੀਤਾ ਹੈ। ਬੌਰ ਸਮਾਦ ਰੂਪ ਨਿਜ ਤਰੀ। ਫਿਰ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸਮਾਧੀ ਦੇ ਵਿੱਚ ਲੀਨ ਹੋਏ ਹਨ। ਜਾ ਪ੍ਰਕਾਸ਼ ਰਵ ਕੋ ਹੋਏ ਆਇਓ। ਜਦੋਂ ਕਹਿੰਦੇ ਸੂਰਜ ਚੜ ਗਿਆ ਹੈ, ਸਾਰੀ ਧਰਤੀ ਤੇ ਪ੍ਰਕਾਸ਼ ਹੋ ਗਿਆ ਹੈ ਸੂਰਜ ਦਾ। ਚੜ੍ਹਨ ਹੇਤ ਖਾਸਾ ਮੰਗਵਾਇਓ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਹੁਕਮ ਕੀਤਾ, ਗੁਰੂ ਕੇ ਸਿੱਖਾਂ ਨੂੰ ਸਾਡੇ ਚੜ੍ਹਨ ਦੇ ਵਾਸਤੇ ਵਧੀਆ ਪਾਲਕੀ ਲੈ ਕੇ ਆਓ। ਪੰਜ ਸਿੱਖ ਲੈ ਆਪਣੇ ਸਾਥ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ 5 ਸਿੱਖ ਆਪਣੇ ਨਾਲ ਲੈਣਾ ਕੀਤੇ। ਕੀਨ ਅਰੂਡਣ ਅਰਜਨ ਨਾਥ। ਦੀਨ ਦੁਨੀਆ ਦੇ ਨਾਥ ਸੁਆਮੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹੁਣ ਪਾਲਕੀ ਦੇ ਵਿੱਚ ਸਵਾਰ ਹੋਣ ਲੱਗੇ ਹਨ। ਵਿਦਿਆ ਜੇਠਾ ਅਲੰਗ ਪ੍ਰਾਣਾ। ਭਾਈ ਵਿਦਿਆ ਜੀ ਨਾਲ ਹਨ, ਭਾਈ ਜੇਠਾ ਜੀ ਨਾਲ ਹਨ, ਭਾਈ ਲੰਗਾ ਜੀ ਨਾਲ ਹਨ। ਚੌਥੇ ਸਿੱਖ ਭਾਈ ਪ੍ਰਾਣਾ ਜੀ ਨਾਲ ਹਨ। ਪੰਚਮ ਪੈੜਾ ਸੰਗ ਪਿਆਣਾ। ਪੰਜਵਾਂ ਸਿੱਖ ਜਿਹੜਾ ਭਾਈ ਪੈੜਾ ਮੁਖਾ ਜੀ ਪੈੜਾ ਜੀ ਹਨ, ਇਹ ਵੀ ਮਹਾਰਾਜ ਜੀ ਦੇ ਨਾਲ ਚੱਲੇ ਹਨ। ਅਪਰ ਸਰਬਦਾ ਧੀਰਜ ਤਿਆਗੇ। ਹੋਰ ਸਾਰਿਆਂ ਨੂੰ, ਸੰਗਤਾਂ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਹੌਸਲਾ ਦਿੱਤਾ ਹੈ, ਧੀਰਜ ਦਿੱਤੀ ਹੈ। ਰਹੋ ਸੁਦਾਸਰ ਸੇਵਾ ਲਾਗੇ। ਸੱਚੇ ਪਾਤਸ਼ਾਹ ਕਹਿੰਦੇ ਸਾਰੀ ਸੰਗਤ ਨੂੰ, ਭਾਈ ਤੁਸੀਂ ਸਾਡੇ ਨਾਲ ਨਹੀਂ ਜਾਣਾ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿ ਕੇ, ਇਸ ਪਾਕ ਪਵਿੱਤਰ ਸਥਾਨ ਤੇ ਰਹਿ ਕੇ ਸੇਵਾ ਕਰਨੀ ਹੈ। ਸ੍ਰੀ ਹਰਿਗੋਬਿੰਦ ਸੰਗ ਸਦੀਵਾ। ਤੇ ਹਮੇਸ਼ਾ ਹੀ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦੀ ਹੁਕਮ ਦੇ ਵਿੱਚ ਰਹਿਣਾ ਹੈ, ਆਗਿਆ ਵਿੱਚ ਰਹਿਣਾ ਹੈ। ਦਰਸ਼ਨ ਪਰਸੋ ਹਰਖ ਤਰੀਵਾ। ਬੜੇ ਹੀ ਪ੍ਰੇਮ ਦੇ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਿਓ, ਤੁਹਾਨੂੰ ਸਦੀਵੀ ਹਮੇਸ਼ਾ ਖੁਸ਼ੀਆਂ ਮਿਲਣਗੀਆਂ। ਥਲ ਜਾਣ ਭਾਉ ਵੱਡ ਧਾਰਾ। ਅਤੇ ਬਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਸਾਧ ਸੰਗਤ ਜੀ ਥਲ ਜਾਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਨਿਕਲੇ ਹਨ, ਨਿਕਸ ਗ੍ਰਹਿ ਤੇ ਸਤਿਗੁਰ ਆਏ। ਆਪਣੇ ਘਰ ਦੇ ਵਿੱਚੋਂ ਨਿਕਲ ਕਰਕੇ ਮਹਾਰਾਜ ਜੀ ਬਾਹਰ ਆਏ ਹਨ। ਗਏ ਸੁਦਾਸਰ ਕੋ ਦਰਸਾਏ। ਸਭ ਤੋਂ ਪਹਿਲਾਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦੇ ਅੰਦਰ ਗਏ ਹਨ ਦਰਸ਼ਨ ਕਰਨ ਵਾਸਤੇ। ਪਿਤ ਥਲ ਜਾਣ ਭਾਉ ਵੱਡ ਧਾਰਾ। ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਕ ਪਵਿੱਤਰ ਸਥਾਨ ਨੂੰ ਜਾਣ ਕੇ ਬੜਾ ਪ੍ਰੇਮ ਧਾਰਿਆ ਹੈ ਗੁਰੂ ਅਰਜਨ ਸਾਹਿਬ ਜੀ ਨੇ। ਨਮਸਕਾਰ ਕੀਨ ਦਰਬਾਰਾ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਨਮਸਕਾਰ ਕੀਤੀ ਹੈ, ਭਾਵ ਮੱਥਾ ਟੇਕਿਆ। ਸਦਾ ਕੀਰਤਨ ਕੀ ਤੁਨ ਜਹਾਂ। ਜਿੱਥੇ ਕਹਿੰਦੇ ਹਮੇਸ਼ਾ ਹੀ ਤੁਰਕੀ ਗੁਰਬਾਣੀ ਦਾ ਸ਼ਬਦ ਕੀਰਤਨ ਹੁੰਦਾ ਹੈ। ਸ੍ਰੀ ਹਰਿਮੰਦਰ ਸੁੰਦਰ ਮਹਾ। ਜੋ ਕਹਿੰਦੇ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਜਗ੍ਹਾ ਹੈ, ਬੜੀ ਸੁੰਦਰ ਹੈ, ਬੜੀ ਮਹਾਨ ਹੈ। ਕਰੀ ਪ੍ਰਕਰਮਾ ਪਿਤਾ ਨੇ ਹੋਰੇ। ਆਪਣੇ ਪਿਤਾ ਜੀ ਦਾ ਸਥਾਨ ਜਾਣ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪ੍ਰਕਰਮਾ ਕੀਤੀਆਂ।
ਧਰਿਓ ਧਿਆਨ ਬੰਦਤ ਕਰ ਜੋਰੇ। ਕੁਝ ਸਮਾਂ ਬੈਠ ਕਰਕੇ ਨੇਤਰ ਬੰਦ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਜੋੜਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠ ਕਰਕੇ ਧਰਿਓ ਧਿਆਨ ਬੰਦਤ ਕਰ ਜੋਰੇ। ਦੋਨੋਂ ਹੱਥ ਜੋੜ ਕਰਕੇ ਮਹਾਰਾਜ ਜੀ ਦੇ ਨੇਤਰ ਬੰਦ ਹਨ, ਸਮਾਧੀ ਦੇ ਵਿੱਚ ਲੀਨ ਹੋਏ ਹਨ। ਦਿਖਸੇ ਵਹਿਰ ਪੰਥ ਤਿਸ ਪਰੇ। ਉਸ ਵਕਤ ਸਾਧ ਸੰਗਤ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਆਏ ਹਨ ਤੇ ਲਾਹੌਰ ਦੀ ਧਰਤੀ ਵੱਲ ਮਹਾਰਾਜ ਜੀ ਚੱਲਣ ਲੱਗੇ ਹਨ। ਲਾਹੌਰ ਦੇਸ਼ ਸਨਮੁਖ ਮੁਖ ਕਰੇ। ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਜਿਹੜਾ ਮੁਖ ਹੈ ਉਹ ਲਾਹੌਰ ਦੀ ਧਰਤੀ ਵੱਲ ਕਰ ਲਿਆ ਹੈ ਤੇ ਚਾਲੇ ਪਾ ਦਿੱਤੇ ਹਨ। ਸਿੱਖ ਸਕਲ ਜੁਤ ਹਰ ਗੋਬਿੰਦ। ਗੁਰੂ ਹਰਗੋਬਿੰਦ ਮਹਾਰਾਜ ਜੀ ਨਾਲ ਨੇ। ਸਤਿਕਾਰਯੋਗ ਜਿਹੜੇ ਸਿੱਖ ਹਨ, ਪਿਆਰੇ ਹਨ, ਉਹ ਵੀ ਸਾਧ ਸੰਗਤ ਜੀ ਨਾਲ ਹਨ। ਵਿਦਾ ਹੇਤ ਗਮਣੇ ਨਰ ਬ੍ਰਿੰਦ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵਿਦਾਇਗੀ ਦੇਣ ਦੇ ਵਾਸਤੇ ਬੇਅੰਤ ਗੁਰੂ ਕੀਆਂ ਸੰਗਤਾਂ, ਬੇਅੰਤ ਗੁਰੂ ਕੇ ਸਿੱਖ ਜਿਹੜੇ ਹਨ ਚੱਲੇ ਹਨ। ਕੇਤਕ ਦੂਰ ਜਾ ਪਹੁੰਚੇ ਜਾਈ। ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸਿੱਖਾਂ ਦੇ ਸਮੇਤ, ਸੰਗਤ ਦੇ ਸਮੇਤ ਕੁਝ ਕੁ ਦੂਰੀ ਤੇ ਗਏ ਹਨ। ਖਰੇ ਭਏ ਸਤਿਗੁਰ ਸੁਖਦਾਈ। ਸੁੱਖਾਂ ਨੂੰ ਦੇਣ ਵਾਲੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਖਲੋ ਗਏ ਹਨ। ਸਭ ਸੋ ਕਹਿਨੀ ਕੇ ਉਪਦੇਸ਼। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਦੇ ਤਾਈਂ ਜਿਹੜੀ ਚੰਗੀ ਸਿੱਖਿਆ ਹੈ ਨਾ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਹਨ, ਸਿਮਰੋ ਸਤਿਗੁਰ ਹਰੋ ਕਲੇਸ਼। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਜੀ ਸਾਡੀ ਸ਼ਹਾਦਤ ਤੇ ਰੋਣਾ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਜਿਹੜਾ ਸਿਮਰਨ ਸਾਰੇ ਦੁੱਖਾਂ ਨੂੰ, ਪਾਪਾਂ ਨੂੰ ਹਰਨ ਨਾਸ ਕਰਨ ਵਾਲਾ ਹੈ। ਸਾਹਿਬ ਬੁੱਢਾ ਅਰ ਗੁਰਦਾਸ। ਇੰਨੇ ਸਮੇਂ ਨੂੰ ਕਹਿੰਦੇ ਸਤਿਕਾਰਯੋਗ ਗੁਰੂ ਨਾਨਕ ਦੇ ਘਰ ਦੇ ਬਹੁਤ ਵੱਡੇ ਸੇਵਾਦਾਰ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ, ਇਨ ਜੁਤ ਸ੍ਰੀ ਹਰਗੋਬਿੰਦ ਪਾਸ। ਤੇ ਨਾਲ ਹੀ ਗੁਰੂ ਹਰਗੋਬਿੰਦ ਮਹਾਰਾਜ ਜੀ ਹਨ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀਆਂ ਦੇ। ਰਹੋ ਸਦਾ ਤਰ ਗੁਰਮਤਿ ਆਸ਼ੇ। ਸੱਚੇ ਪਾਤਸ਼ਾਹ ਕਹਿੰਦੇ ਭਾਈ ਹਮੇਸ਼ਾ ਇਹਨਾਂ ਦੇ ਨਾਲ ਰਹਿਣਾ ਹੈ, ਗੁਰੂ ਦੀ ਮੱਤ ਨੂੰ ਧਾਰਨ ਕਰਨਾ ਹੈ। ਨਿਤ ਪ੍ਰਸੰਨ ਰੱਖੋ ਹਮ ਪਾਸ਼ੇ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਾਡੇ ਤੋਂ ਮਗਰੋਂ ਬਾਬਾ ਬੁੱਢਾ ਸਾਹਿਬ ਦਾ ਵੀ ਖਿਆਲ ਰੱਖਣਾ ਹੈ। ਕਿਨਹੂ ਆਗਿਆ ਭੰਗ ਨਾ ਕਰਨੀ। ਸੱਚੇ ਪਾਤਸ਼ਾਹ ਨੇ ਆਪਣੇ ਸੁਪੁੱਤਰ ਨੂੰ ਵੀ ਇਹ ਗੱਲ ਕਹੀ, ਜਿੱਥੇ ਸੰਗਤ ਨੂੰ ਕਹੀ ਹੈ ਕਿ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਆਗਿਆ ਦੇ ਵਿੱਚ ਰਹਿਣਾ ਹੈ, ਤੇ ਹੁਣ ਮਹਾਰਾਜ ਕਹਿੰਦੇ ਨੇ ਆਪਣੇ ਸੁਪੁੱਤਰ ਨੂੰ ਕਿ ਇਹਨਾਂ ਦੀ ਆਗਿਆ ਵਿੱਚ ਰਹਿਣਾ ਹੈ, ਬਾਬਾ ਬੁੱਢਾ ਸਾਹਿਬ ਜੀਆਂ ਦੇ। ਨਿਜ ਮਤ ਕੀਜੈ ਇਨ ਅਨੁਸਰਣੀ। ਤੇ ਇਹਨਾਂ ਦੇ ਅਨੁਸਾਰੀ ਹੋ ਕੇ ਸਾਰੇ ਕਾਜ ਕਰਨੇ ਹਨ। ਹਰਗੋਬਿੰਦ ਕੋ ਪੁਨੈ ਸੁਨਾਈ। ਫਿਰ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੂੰ ਕਹਿਣਾ ਕੀਤਾ, ਅਦਬ ਰਾਖੋ ਨਿਤ ਬੁੱਢਾ ਭਾਈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦਾ ਆਪ ਜੀ ਨੇ ਸਤਿਕਾਰ ਕਰਨਾ ਹੈ। ਜਿਵੇਂ ਆਗਿਆ ਦੇ ਤੈਸੇ ਰਹਿਣਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਹੁਕਮ ਕਰਨਗੇ, ਇਹਨਾਂ ਦੇ ਹੁਕਮ ਨੂੰ ਮੋੜਨਾ ਨਹੀਂ ਹੈ, ਇਹਨਾਂ ਦੇ ਹੁਕਮ ਵਿੱਚ ਰਹਿਣਾ ਹੈ। ਨਾ ਇਨਕੇ ਸਨਮੁਖ ਕਬ ਕਹਿਣਾ। ਤੇ ਇਹਨਾਂ ਦੇ ਸਨਮੁਖ ਕੋਈ ਬੋਲ ਜਿਹੜੇ ਨੇ, ਬਚਨ ਜਿਹੜਾ ਹੈ ਇਹਨਾਂ ਦੇ ਸਨਮੁਖ ਨਹੀਂ ਕਹਿਣਾ। ਦੋਹਰਾ ਸੁਨ ਸ੍ਰੀ ਅਰਜਨ ਕੇ ਬਚਨ ਬੁੱਢਾ ਆਦ ਚੇ ਦਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਸੁਣੇ ਨੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਨੇ ਅਤੇ ਹੋਰ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੇ। ਜੁਤ ਸ੍ਰੀ ਹਰਗੋਬਿੰਦ ਕੇ ਬੰਦ ਚਰਨ ਸੁਖ ਰਾਸ। ਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਨੇ, ਗੁਰੂ ਕੇ ਸਿੱਖਾਂ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ। ਬਾਰ ਬਾਰ ਕਰ ਬਿਨੈ ਕਨੇਰੀ। ਵਾਰ-ਵਾਰ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰ ਰਹੇ ਨੇ, ਕੰਟੀਨਿਊਸ ਬੇਨਤੀਆਂ ਕਰ ਰਹੇ ਹਨ। ਹਟਵੇ ਚਾਹਤ ਨਹੀਂ ਤਿਸ ਬੇਰੀ। ਤਦੋਂ ਸਾਧ ਸੰਗਤ ਜੀ ਉਸ ਵੇਲੇ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ, ਗੁਰੂ ਕੀ ਸੰਗਤ ਵਾਪਸ ਨਹੀਂ ਸੀ ਆਉਣਾ ਚਾਹੁੰਦੀ। ਬੜਾ ਪ੍ਰੇਮ ਹੈ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਨਾਲ। ਸ੍ਰੀ ਅਰਜਨ ਕਹਿ ਕਰ ਬਹੁ ਬਾਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਵਾਰ ਕਹਿਣ ਤੋਂ ਸੰਗਤ ਨੂੰ ਵਾਪਸ ਮੋੜਿਆ ਹੈ। ਬਰ ਬਸ ਸਭਨ ਹਟਾਏ ਪਛਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਜੋਰੋ ਜੋਰੀ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਨਹੀਂ ਭਾਈ ਤੁਸੀਂ ਸਾਡੇ ਨਾਲ ਨਹੀਂ ਜਾਣਾ, ਤੁਸੀਂ ਹੁਣ ਵਾਪਸ ਜਾਓ। ਆਪਣੀ ਜੋਤ ਪੁੱਤਰ ਮੈਂ ਧਾਰੀ। ਸੱਚੇ ਪਾਤਸ਼ਾਹ ਕਹਿੰਦੇ ਹੁਣ ਸਾਡੀ ਜਿਹੜੀ ਜੋਤ ਹੈ, ਸਾਡੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਅੰਦਰ ਅਸੀਂ ਟਿਕਾ ਦਿੱਤੀ ਹੈ। ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫਿਰ ਲੱਟੀ ਐ, ਜੋ ਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀ ਐ। ਸਾਡੀ ਜਿਹੜੀ ਜੋਤ ਹੈ, ਸਾਡੇ ਜਿਹੜੇ ਦਰਸ਼ਨ ਨੇ ਇਹਨਾਂ ਦੇ ਵਿੱਚੋਂ ਹੋਇਆ ਕਰਨਗੇ। ਗੁਰ ਅਸ਼ੋਕ ਤਬ ਚਲੇ ਅਗਾਰੀ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਹਨ, ਜਿਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ, ਕੋਈ ਚਿੰਤਾ ਨਹੀਂ ਹੈ,
ਐਸੇ ਦੀਨ ਦਿਆਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲੇ ਹਨ। ਪਠਿਓ ਸਿੱਖ ਇੱਕ ਗੋਇੰਦਵਾਲ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਜਿਹੜਾ ਸਿੱਖ ਸੀ ਨਾ, ਉਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭੇਜੇ ਹਨ। ਪਹੁੰਚੋ ਆਜ ਤਹਾਂ ਮਗ ਚਾਲ। ਸੱਚੇ ਪਾਤਸ਼ਾਹ ਨੇ ਸਿੱਖ ਨੂੰ ਹੁਕਮ ਵੀ ਕੀਤਾ ਹੈ ਕਿ ਸਿੱਖਾ ਅੱਜ ਜਾਣਾ ਹੈ ਗੋਇੰਦਵਾਲ ਦੀ ਧਰਤੀ ਤੇ ਚੱਲ ਕੇ। ਮਿਲੋ ਅਰਥ ਮਾਲਕੋ ਤੁਮ ਜਾਏ। ਤੇ ਜਾ ਕਰਕੇ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਬਾਬਾ ਅਰਥਮਲ ਜੀ ਹਨ, ਜਾ ਕਰਕੇ ਉਹਨਾਂ ਨੂੰ ਮਿਲਣਾ ਹੈ। ਲਾਪਰ ਗਮਣੇ ਦੇਹੋ ਸੁਨਾਏ। ਤੇ ਸਾਡੇ ਵੱਲੋਂ ਜਾ ਕੇ ਸੁਨੇਹਾ ਦਿਓ ਬਾਬਾ ਅਰਥਮਲ ਜੀ ਨੂੰ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਵੱਲ ਚਲੇ ਗਏ ਹਨ। ਹੋਤ ਪ੍ਰਾਤ ਕੈ ਸੋ ਚਲ ਆਵੈ। ਤੇ ਨਾਲ ਸਾਡੇ ਵੱਲੋਂ ਇਹ ਵੀ ਹੁਕਮ ਕਰਿਓ ਕਿ ਦਿਨ ਹੁੰਦਿਆਂ ਤੱਕ ਬਾਬਾ ਅਰਥਮਲ ਜੀ ਵੀ ਲਾਹੌਰ ਦੀ ਧਰਤੀ ਤੇ ਪਹੁੰਚ ਜਾਣ। ਹਮ ਕੋ ਮਿਲੈ ਮੋਦ ਉਪਜਾਵ ਹੈ। ਤੇ ਸਾਨੂੰ ਮਿਲਣਾ ਕਰੇ ਤੇ ਸਾਨੂੰ ਬੜਾ ਆਨੰਦ ਹੋਵੇਗਾ, ਬੜੀ ਖੁਸ਼ੀ ਹੋਵੇਗੀ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਕਹਿ ਕੇ ਤੇ ਗੋਇੰਦਵਾਲ ਭੇਜਣਾ ਕੀਤਾ ਹੈ। ਸੁਣਤ ਸਿੱਖ ਤਲਾਵਤ ਤਾਵਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲਾਂ ਨੂੰ ਸੁਣਿਆ ਹੈ ਸਿੱਖ ਬੜਾ ਖੁਸ਼ੀ ਦੇ ਨਾਲ ਸਾਧ ਸੰਗਤ ਜੀ ਮਹਾਰਾਜ ਜੀ ਦੇ ਹੁਕਮ ਨੂੰ ਪਾ ਕੇ ਤੇ ਗੋਇੰਦਵਾਲ ਸਾਹਿਬ ਵੱਲ ਚੱਲ ਪਿਆ। ਸੰਧਿਆ ਹੋਤ ਪੁਰੀ ਪ੍ਰਵਸ਼ਾਵਾ। ਕਹਿੰਦੇ ਸ਼ਾਮ ਹੁੰਦਿਆਂ ਤੱਕ ਉਹ ਗੁਰੂ ਕਾ ਸਿੱਖ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਦਾ ਹੈ। ਮਿਲਿਓ ਅਰਥ ਮਾਲਕੋ ਕਰ ਨਮੋ। ਦੋਨੋਂ ਹੱਥ ਜੋੜ ਕੇ ਸਾਧ ਸੰਗਤ ਜੀ ਜਾ ਕਰਕੇ ਸਤਿਕਾਰਯੋਗ ਬਾਬਾ ਅਰਥਮਲ ਜੀ ਨੂੰ ਨਮਸਕਾਰ ਕੀਤੀ। ਹਾਥ ਜੋੜ ਬੈਠਿਓ ਤੇ ਸਮੋ। ਉਸ ਸਮੇਂ ਕਹਿੰਦੇ ਦੋਨੋਂ ਹੱਥ ਜੋੜ ਕੇ ਗੁਰੂ ਕਾ ਸਿੱਖ ਬੈਠ ਗਿਆ ਬਾਬਾ ਅਰਥਮਲ ਜੀ ਦੇ ਸਨਮੁਖ। ਸ੍ਰੀ ਅਰਜਨ ਕੈ ਦੀਨੇ ਸੰਦੇਸ਼ਾ। ਕਹਿਣ ਲੱਗਾ ਕਿ ਮੈਨੂੰ ਗੁਰੂ ਅਰਜਨ ਸਾਹਿਬ ਜੀ ਨੇ ਸੰਦੇਹਾ ਦੇ ਕਰਕੇ ਤੁਹਾਡੇ ਪਾਸ ਭੇਜਿਆ ਹੈ, ਮੈਂ ਉਹਨਾਂ ਦਾ ਸੁਨੇਹਾ ਲੈ ਕੇ ਆਇਆ ਹਾਂ। ਤੁਮ ਕੋ ਸਿਮਰਨ ਕੀਨ ਵਿਸ਼ੇਸ਼ਾ। ਆਪ ਜੀ ਨੂੰ ਬਾਬਾ ਅਰਥਮਲ ਜੀ ਵਿਸ਼ੇਸ਼ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਯਾਦ ਕੀਤਾ ਹੈ। ਲਾਪਰ ਕੋ ਗਮਨੇ ਜਸ ਕਾਲ। ਜਿਸ ਵਕਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਵੱਲ ਚਾਲੇ ਪਾਉਂਦੇ ਨੇ, ਉਦੋਂ ਆਪ ਜੀ ਨੂੰ ਬੜੇ ਪ੍ਰੇਮ ਦੇ ਨਾਲ ਵਿਸ਼ੇਸ਼ ਕਰਕੇ ਚੇਤੇ ਕੀਤਾ, ਯਾਦ ਕੀਤਾ। ਮੋਕੋ ਕਰਤਾ ਗੀਤ ਵਿਸਾਲ। ਤੇ ਮੈਨੂੰ ਪੱਕਿਆਂ ਕਰਕੇ ਤੇ ਆਪ ਜੀ ਦੇ ਵੱਲ ਭੇਜਿਆ ਹੈ। ਰਾਤ ਚੜਾਵੋ ਤਿਨ ਕੋ ਜਾਏ। ਇਸ ਕਰਕੇ ਸਵੇਰ ਹੁੰਦਿਆਂ ਆਪ ਜੀ ਵੀ ਜਾ ਕੇ ਮਹਾਰਾਜ ਸਾਹਿਬ ਜੀ ਨੂੰ ਮਿਲਣਾ ਕਰਿਓ। ਸੁਣ ਆਗਿਆ ਮੈਂ ਆਇਓ ਧਾਏ। ਜਦੋਂ ਸਾਧ ਸੰਗਤ ਜੀ ਆਗਿਆ ਦੇ ਵਿੱਚ ਹੈ ਭਾਈ ਅਰਥਮਲ ਜੀ ਸੁਣ ਕੇ ਦੌੜ ਕੇ ਆਇਆ ਹੈ। ਸ੍ਰੀ ਗੁਰ ਅਮਰ ਅੰਸ ਮਿਲ ਸਾਰੇ। ਇੰਨੇ ਸਮੇਂ ਨੂੰ ਕਹਿੰਦੇ ਜਿੰਨੀ ਬਾਬਾ ਅਮਰਦਾਸ ਮਹਾਰਾਜ ਜੀ ਦੀ ਅੰਸ ਵੰਸ ਹੈ, ਸਾਰੀ ਜਿਹੜੀ ਅੰਸ ਵੰਸ ਇਕੱਠੀ ਹੋ ਗਈ ਹੈ ਸੁਣ ਕਰਕੇ। ਸਿੱਖ ਸੋ ਬੂਝਤ ਕਰਤ ਵਿਚਾਰੇ। ਸਿੱਖ ਨੂੰ ਪੁੱਛਦੇ ਨੇ ਕੀ ਕਾਰਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਕਾਰਨ ਕੌਣ ਕਰਤ ਅਨੁਮਾਨੇ। ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਦੀ ਜਿਹੜੀ ਅੰਸ ਵੰਸ ਆ ਨਾ, ਉਹ ਸੋਚਦੀ ਹੈ, ਵਿਚਾਰਦੀ ਹੈ ਕਿ ਕੀ ਕਾਰਨ ਹੈ, ਮਹਾਰਾਜ ਜੀ ਲਾਹੌਰ ਦੀ ਧਰਤੀ ਤੇ ਕਿਉਂ ਗਏ ਨੇ, ਫਿਰ ਮਹਾਰਾਜ ਨੇ ਸਿੱਖ ਕਿਉਂ ਭੇਜਿਆ। ਇਸ ਤਰ੍ਹਾਂ ਸਾਧ ਸੰਗਤ ਜੀ ਅਨੁਮਾਨ ਲਾ ਰਹੇ ਹਨ। ਤੇ ਅੱਗੇ ਭਾਈ ਸਾਹਿਬ ਜੀ ਲਿਖਦੇ ਹਨ, ਸ੍ਰੀ ਗੁਰ ਅਮਰ ਅੰਸ ਮਿਲ ਸਾਰੇ। ਜਿੰਨੇ ਬਾਬਾ ਅਮਰਦਾਸ ਮਹਾਰਾਜ ਜੀ ਦੀ ਅੰਸ ਵੰਸ ਹੈ ਸਾਰੀ ਇਕੱਠੀ ਹੋ ਗਈ ਹੈ। ਸਿੱਖ ਸੋ ਬੂਝਤ ਕਰਤ ਵਿਚਾਰੇ। ਸਿੱਖ ਦੇ ਨਾਲੋਂ ਸਿੱਖ ਨੂੰ ਪੁੱਛਦੇ ਹਨ, ਨਾਲ ਵਿਚਾਰ ਕਰਦੇ ਹਨ। ਸੁਨਿਓ ਜੋ ਸ਼ਾਹੋ ਪਠਿਓ ਪਰਵਾਨਾ। ਗੁਰੂ ਕੇ ਸਿੱਖ ਨੇ ਕਹਿਣਾ ਕੀਤਾ ਕਿ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਸਨੇ ਸੁਨੇਹਾ ਭੇਜਿਆ ਸੀ। ਜਾਤੇ ਚਿੰਤ ਮੈਂ ਚਿੰਤ ਮਹਾਨਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਚਿੰਤਾ ਹੈ ਕਿ ਜਿਹੜਾ ਸ਼ਾਹ ਹੈ ਉਹਦੀ ਜਿਹੜੀ ਨੀਤੀ ਬੜੀ ਖੋਟੀ ਹੈ। ਕਰੇ ਸ਼ਤਰਤਾ ਮੂਰਖ ਚੰਦੂ। ਜਿਹੜਾ ਚੰਦੂ ਹੈ, ਦੁਸ਼ਟ ਹੈ, ਪਾਪੀ ਹੈ, ਇਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਬੜਾ ਵੈਰ ਕਰਦਾ ਹੈ। ਬਿਨ ਦੋਸ਼ਣ ਦੇ ਦੋਸ਼ ਬਲੰਦੂ। ਮਹਾਰਾਜ ਸੱਚੇ ਪਾਤਸ਼ਾਹ ਵਿੱਚ ਕੋਈ ਗੁਨਾਹ ਨਹੀਂ ਹੈ, ਕੋਈ ਦੋਸ਼ ਨਹੀਂ ਹੈ, ਪਰ ਕਹਿੰਦੇ ਪਾਪੀ ਜਿਹੜਾ ਹੈ ਉਹ ਬਾਦਸ਼ਾਹ ਦੇ ਪਾਸ ਮਹਾਰਾਜ ਜੀ ਦੀ ਬੜੀ ਈਰਖਾ ਕਰਦਾ ਹੈ, ਚੁਗਲੀਆਂ ਕਰਦਾ ਹੈ। ਬਹੁਤ ਵਿਚਾਰਤ ਨਿਸਾ ਬਤਾਈ। ਇਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਵਾਹਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਅੰਸ਼ ਵੰਸ਼ ਅਤੇ ਜਿਹੜਾ ਗੁਰੂ ਕਾ ਸਿੱਖ ਹੈ, ਇਹਨਾਂ ਨੇ ਵਿਚਾਰਾਂ ਕਰਦਿਆਂ ਹੋਇਆਂ ਸਾਰੀ ਜਿਹੜੀ ਰਾਤ ਹੈ ਬਤੀਤ ਕੀਤੀ ਹੈ। ਚਲਿਓ ਅਰਥ ਮਾਲ ਬਿਖਰਨਾਈ। ਜਦੋਂ ਕਹਿੰਦੇ ਦਿਨ ਚੜ੍ਹਦਾ ਹੈ, ਇਸ ਚੀਜ਼ ਨੂੰ ਵੇਖ ਕਰਕੇ ਸਤਿਕਾਰਯੋਗ ਬਾਬਾ ਅਰਥਮਲ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਚਾਲੇ ਪਾ ਦਿੰਦੇ ਹਨ। ਇਤ ਸ੍ਰੀ ਅਰਜਨ ਗੁਰ ਤੇ ਸਮੋ। ਦੂਸਰੇ ਪਾਸੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਰਾਮਦਾਸਪੁਰ ਕੇ ਕਰਨ ਹਮੋ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਵੱਲ ਦੋਨੋਂ ਹੱਥ ਜੋੜ ਕਰਕੇ ਨਮਸਕਾਰ ਕਰਕੇ ਸਨੇ ਸਨੇ ਮਗ ਮੈਂ ਪ੍ਰਸਥਾਨੇ। ਹੌਲੀ ਹੌਲੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ
ਲਾਹੌਰ ਦੀ ਧਰਤੀ ਵੱਲ ਸਾਧ ਸੰਗਤ ਜੀ ਜਾ ਰਹੇ ਹਨ। ਡੇਰੋ ਕਰ ਜਾਮਨ ਗੁਜਰਾਨੇ। ਕਹਿੰਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਰਾਤ ਨੂੰ ਪੜਾਅ ਕੀਤਾ ਹੈ, ਡੇਰੇ ਕੀਤੇ ਹਨ। ਭਈ ਪ੍ਰਾਤ ਹੋਏ ਕਰ ਅਸਵਾਰ। ਜਦੋਂ ਕਹਿੰਦੇ ਦਿਨ ਚੜਿਆ ਹੈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਪਾਲਕੀ ਵਿੱਚ ਸਵਾਰ ਹੋਏ ਹਨ। ਪਹੁੰਚਤ ਬੇਲਾਪੁਰੀ ਮਝਾਰ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਪਹੁੰਚ ਗਏ ਹਨ। ਇੱਕ ਸੱਧੂ ਸਿੱਖ ਗੁਰਮੁਖ ਮਹਾ। ਕਹਿੰਦੇ ਇੱਕ ਭਾਈ ਸੱਧੂ ਜੀ ਹੈ, ਬੜਾ ਗੁਰਮੁਖ ਹੈ, ਬਹੁਤ ਸ਼ਰਧਾ ਵਾਲਾ ਹੈ, ਬੜੀ ਭਾਵਨਾ ਵਾਲਾ ਹੈ। ਕਰਤ ਪ੍ਰਤੀਖਣ ਵਾਸੈ ਤਹਾਂ। ਕਹਿੰਦੇ ਲਾਹੌਰ ਦੀ ਧਰਤੀ ਤੇ ਰਹਿੰਦਾ ਹੈ ਤੇ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਉਡੀਕ ਕਰਦਾ ਹੈ। ਰਾਤ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਹੈ। ਦੀਨ ਅਹੋ ਮੈਂ ਦੀਨਨ ਦਿਆਲਾ। ਕੀ ਬੇਨਤੀਆਂ ਕਰਦਾ ਹੈ, ਮਹਾਰਾਜ ਮੈਂ ਗਰੀਬ ਹਾਂ, ਆਪ ਜੀ ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਵੇਖੋ ਭਗਤ ਕੇ ਭਾਉ ਵਿਸਾਲਾ। ਇਹ ਸੱਚੇ ਪਾਤਸ਼ਾਹ ਮੇਰੇ ਬਹੁਤੇ ਪ੍ਰੇਮ ਨੂੰ ਵੇਖਣਾ ਕਰੋ, ਆਪ ਜੀ ਭਗਤਾਂ ਦੇ ਵਾਸੀ ਕਰ ਹੋ। ਮਮ ਘਰ ਨਿਸਾਬਾਸ ਜੇ ਕਰਹੀ। ਭਾਈ ਸੱਧੂ ਜੀ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਆਪ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਗਰੀਬ ਦੇ ਘਰ ਅੰਦਰ ਚਰਨ ਪਾਉਣਾ ਕਰੋ। ਸਰਬ ਸੇਵਾ ਠਾਨੋ ਨਿਜ ਕਰਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੇਵਾ ਜਿਹੜੀ ਹੈ ਮੈਂ ਆਪਣੇ ਹੱਥਾਂ ਦੇ ਨਾਲ ਕਰਾਂਗਾ। ਕਰਨ ਆਹਾਰ ਆਦ ਜੇ ਸੇਵਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਮੇਰੇ ਗਰੀਬ ਦੇ ਘਰ ਅੰਦਰ ਚਰਨ ਪਾ ਦਿਓ ਨਾ, ਮਹਾਰਾਜ ਮੈਂ ਹੱਥੀਂ ਸੇਵਾ ਕਰਾਂ, ਆਪ ਜੀ ਨੂੰ ਮਹਾਰਾਜ ਭੋਜਨ ਵੀ ਤਿਆਰ ਕਰਕੇ ਛਕਾਵਾਂ। ਕਰਵਾ ਹੈ ਮੋਤੇ ਗੁਰਦੇਵਾ। ਇਹ ਸੱਚੇ ਪਾਤਸ਼ਾਹ ਪ੍ਰਕਾਸ਼ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਮੇਰੇ ਤੇ ਕਿਰਪਾ ਕਰੋ, ਇਹ ਜਿਹੜੀਆਂ ਸੇਵਾਵਾਂ ਨੇ ਮੇਰੇ ਪਾਸੋਂ ਕਰਾਉਣਾ ਕਰੋ। ਕਰਨ ਆਹਾਰ ਆਦ ਜੇ ਸੇਵਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜਿਹੜੀਆਂ ਸਾਰੀਆਂ ਸੇਵਾਵਾਂ ਨੇ ਆਪ ਜੀ ਮੇਰੇ ਪਾਸੋਂ ਕਰਵਾਉਣਾ ਕਰੋ। ਕਰਵਾ ਹੈ ਮੋਤੇ ਗੁਰਦੇਵਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਸੇਵਾ ਕਰਾਉਣਾ ਕਰੋ। ਬਨੋ ਕਰਤਾਰਥ ਪੂਰੇ ਆਸਾ। ਮਹਾਰਾਜ ਮੇਰੀ ਮੁਰਾਦ ਨੂੰ ਪੂਰਨ ਕਰ ਦਿਓ, ਆਸ ਨੂੰ ਪੂਰਨ ਕਰ ਦਿਓ, ਮੈਂ ਨਿਹਾਲ ਹੋ ਜਾਵਾਂਗਾ। ਸਿਮਰਤ ਸਤਿਗੁਰ ਧਰ ਪਰਵਾਸਾ। ਕਹਿੰਦੇ ਦੂਸਰੇ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਅੰਤਰਜਾਮੀ ਨੇ ਕਿ ਗੁਰੂ ਕਾ ਸਿੱਖ ਭਾਈ ਸੱਧੂ ਜੀ ਭਾਵਨਾ ਦੇ ਨਾਲ ਸਾਨੂੰ ਯਾਦ ਕਰ ਰਹੇ ਹਨ। ਇਸ ਤਰ੍ਹਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਯਾਦ ਕੀਤਾ ਹੈ। ਨਿਸ ਦਿਨ ਜਿਸ ਕੇ ਉਰਲੇ ਵਲਾਗੀ। ਰਾਤ ਦਿਨ ਭਾਈ ਸੱਧੂ ਦੇ ਹਿਰਦੇ ਵਿੱਚ ਸਾਡੀ ਲਿਵ ਲੱਗੀ ਹੋਈ ਹੈ, ਬਿਰਤੀ ਜੁੜੀ ਹੋਈ ਹੈ। ਮੈਂ ਕਹੇ ਸਮੇਂ ਬਨੋ ਬੜ ਭਾਗੀ। ਤੇ ਨਾਲ ਇਸ ਤਰ੍ਹਾਂ ਬੇਨਤੀਆਂ ਕਰਦਾ ਹੈ, ਮਹਾਰਾਜ ਜਦੋਂ ਆਪ ਜੀ ਦੇ ਚਰਨ ਪੈ ਜਾਣਗੇ ਮੈਂ ਬਹੁਤ ਵਡਭਾਗੀ ਸਿੱਖ ਬਣ ਜਾਵਾਂਗਾ, ਵੱਡਿਆਂ ਭਾਗਾਂ ਵਾਲਾ। ਕੀਰਤਨ ਮੇਲ ਕਰਤ ਬਹੁ ਤੇਰਾ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀਓ ਮੈਂ ਆਪ ਜੀ ਦੇ ਕੀਰਤਨ ਕਰਦਾ ਹਾਂ, ਫਿਰ ਮਹਾਰਾਜ ਜੀ ਜੋੜ ਮੇਲਿਆਂ ਅੰਦਰ ਵੀ ਹਾਜ਼ਰੀ ਭਰਦਾ ਹਾਂ। ਹਿਰਦੈ ਪ੍ਰਤੀਖਤ ਸੰਜ ਸਵੇਰਾ। ਰਾਤ ਦਿਨ ਗੁਰੂ ਕੇ ਸਿੱਖ ਅੰਦਰ ਸਾਧ ਸੰਗਤ ਜੀ ਉਡੀਕ ਹੈ ਕਿ ਮਹਾਰਾਜ ਮੇਰੇ ਘਰ ਅੰਦਰ ਚਰਨ ਪਾਉਣਾ। ਕਰਨ ਕਾਮਨਾ ਪੂਰਨ ਤਾਹੀ। ਇਹ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖ ਦੀ ਇੱਛਾ ਨੂੰ, ਕਾਮਨਾ ਨੂੰ ਪੂਰਨ ਕਰਨ ਵਾਸਤੇ ਸਭ ਤਜ ਗਏ ਸਿੱਖ ਘਰ ਮਾਹੀ। ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਪਹੁੰਚ ਜਾਂਦੇ ਹਨ। ਸਾਰੇ ਸਿੱਖਾਂ ਦੇ ਘਰਾਂ ਨੂੰ ਛੱਡ ਕੇ ਭਾਈ ਸੱਧੂ ਦੇ ਘਰ ਵੱਲ ਚੱਲੇ ਪਾਉਂਦੇ ਹਨ। ਊਚ ਨੀਚ ਕੀ ਪਰਖ ਨ ਕੋਈ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੁਭਾਅ ਹੈ, ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਪਰ ਜਿਸ ਸਿੱਖ ਦੇ ਅੰਦਰ ਭਾਵਨਾ ਹੈ ਮਹਾਰਾਜ ਤੇ ਉੱਥੇ ਹੀ ਜਾਂਦੇ ਹਨ। ਪ੍ਰੇਮ ਬਲੋਕਤ ਹਰ ਗੁਰ ਸੋਈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਦੀ ਪ੍ਰੀਤੀ ਨੂੰ ਵੇਖਿਆ, ਪ੍ਰੇਮ ਨੂੰ ਵੇਖਿਆ। ਸੱਧੂ ਸਿੱਖ ਸਭਾਰ ਜਾ ਪ੍ਰੇਮ ਕਰੇ ਮਨ ਮਾਹੇ। ਭਾਈ ਸੱਧੂ ਜੀ ਅਤੇ ਉਹਦੀ ਘਰਵਾਲੀ ਹਿਰਦੇ ਵਿੱਚ ਬੜਾ ਪ੍ਰੇਮ ਹੈ ਮਹਾਰਾਜ ਸਾਹਿਬ ਜੀ ਦੇ ਪਰਥਾਏ। ਸ੍ਰੀ ਅਰਜਨ ਸਭ ਜਾਣ ਕਰ ਪਹੁੰਚੇ ਤਿਸ ਘਰ ਮਾਹੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅੰਤਰਜਾਮੀ ਹਨ। ਭਾਈ ਸੱਧੂ ਦੀ ਭਾਵਨਾ ਨੂੰ, ਪ੍ਰੇਮ ਨੂੰ ਵੇਖ ਕਰਕੇ ਲਾਹੌਰ ਦੀ ਧਰਤੀ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਭਾਈ ਸੱਧੂ ਦੇ ਘਰ ਅੰਦਰ ਪ੍ਰਵੇਸ਼ ਕਰ ਗਏ ਹਨ। ਹੇਰ ਆਨੰਦ ਰੂਪ ਗੁਰ ਕੇਰਾ। ਜਦੋਂ ਕਹਿੰਦੇ ਭਾਈ ਸੱਧੂ ਜੀ ਨੇ ਆਨੰਦ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਬੰਦਨ ਕਰੀ ਚਰਨ ਤਸਬੀਰਾ। ਜਦੋਂ ਸਾਧ ਸੰਗਤ ਜੀ ਉਸ ਵੇਲੇ ਭਾਈ ਸੱਧੂ ਜੀ ਨੇ ਦੋਨੋਂ ਹੱਥ ਜੋੜ ਕਰਕੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਖਟ ਖਟ ਕੇ ਨਤੇ ਅੰਤਰ ਜਾਮੀ। ਕੀ ਬੇਨਤੀਆਂ ਕਰਦੇ ਨੇ ਮਹਾਰਾਜ ਜੀ, ਆਪ ਜੀ ਘਟਾਂ ਘਟਾਂ ਦੇ ਜਾਣਨ ਵਾਲੇ ਹੋ, ਅੰਤਰ ਜਾਮੀ ਹੋ, ਦਿਲਾਂ ਦੀ ਜਾਣਨ ਵਾਲੇ ਹੋ। ਦਾਸ ਕਾਮਨਾ ਪਰੋ ਸੁਆਮੀ। ਇਹ ਮੇਰੇ ਮਾਲਕ ਜੀ, ਆਪ ਜੀ ਨੇ ਆਪਣੇ ਨਿਮਾਣੇ ਜੇ ਦਾਸ ਦੀ ਕਾਮਨਾ ਇੱਛਾ ਨੂੰ ਪੂਰਨ ਕਰ ਦਿੱਤਾ ਹੈ। ਧਨੀ ਸਿੱਖ ਧਰਮਸ਼ਾਲਾ ਸ਼ੋਰ। ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਬਹੁਤ ਨਾੜ ਗੁਰੂ ਕੇ ਸਿੱਖ ਰਹਿੰਦੇ ਨੇ।
ਫਿਰ ਮਹਾਰਾਜ ਜੀ ਆਪ ਜੀ ਨੇ ਧਰਮਸ਼ਾਲਾ ਨੂੰ ਵੀ ਛੱਡ ਕਰਕੇ ਹੋਰ ਕੀ ਲਖ ਆਏ ਮਰੋਰ। ਇਹ ਸੱਚੇ ਪਾਤਸ਼ਾਹ ਮੇਰੇ ਹਿਰਦੇ ਦੀ ਭਾਵਨਾ ਨੂੰ ਜਾਣ ਕਰਕੇ ਮਹਾਰਾਜ ਆਪ ਜੀ ਨੇ ਗਰੀਬ ਦੇ ਘਰ ਅੰਦਰ ਚਰਨ ਪਾਏ ਹਨ। ਦੀਨ ਬੰਦ ਜਾਹੀ ਤੇ ਕਹੈ। ਸੱਚੇ ਪਾਤਸ਼ਾਹ ਇਸੇ ਕਰਕੇ ਹੀ ਆਪ ਜੀ ਨੂੰ ਦੀਨ ਬੰਦ ਗਰੀਬਾਂ ਦਾ ਸੰਬੰਧੀ ਕਿਹਾ ਜਾਂਦਾ ਹੈ। ਪ੍ਰੇਮ ਬਸੀ ਤੁਮ ਕੋ ਸਭ ਲਹੈ। ਇਹ ਸੱਚੇ ਪਾਤਸ਼ਾਹ ਜੀ ਪ੍ਰੇਮ ਕਰਕੇ ਆਪ ਜੀ ਨੂੰ ਸਭ ਕੋਈ ਵਸ ਕਰ ਲੈਂਦਾ ਹੈ। ਹਾਥ ਜੋੜ ਬਹੁ ਉਸਤਤ ਕਰਕੇ। ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਭਾਈ ਸੱਧੂ ਜੀ ਨੇ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬੜੀ ਵਡਿਆਈ ਕੀਤੀ ਹੈ। ਤਰੇ ਉਤਾਰੇ ਉਰਮਦ ਭਰ ਕੇ। ਕਹਿੰਦੇ ਹਿਰਦੇ ਵਿੱਚ ਬਹੁਤ ਆਨੰਦ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਪਾਲਕੀ ਦੇ ਵਿੱਚੋਂ ਬੜੇ ਅਦਬ ਪ੍ਰੇਮ ਭਾਵਨਾ ਸ਼ਰਧਾ ਦੇ ਸਹਿਤ ਲਾਉਣਾ ਕੀਤਾ ਹੈ, ਉਤਾਰਨਾ ਕੀਤਾ ਹੈ। ਲੈ ਕਰ ਗਇਓ ਸਦਨ ਕੇ ਅੰਦਰ। ਬਹੁਤ ਭਾਵਨਾ ਦੇ ਸਹਿਤ ਭਾਈ ਸੱਧੂ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਗਏ ਹਨ। ਨੌਤਨ ਪਲੰਗ ਡਸਾਇਓ ਸੁੰਦਰ। ਕਹਿੰਦੇ ਸੋਹਣਾ ਇੱਕ ਨਵਾਂ ਜਿਹੜਾ ਪਲੰਗ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵਾਸਤੇ ਆਪਣੇ ਘਰ ਦੇ ਮਕਾਨ ਦੇ ਵਿੱਚ ਡਾਇਆ ਹੋਇਆ ਹੈ। ਆਸਤਰਨ ਤੇ ਉਪਰ ਛਾਏ। ਸਾਧ ਸੰਗਤ ਜੀ ਬਹੁਤ ਕੀਮਤੀ ਜਿਹੜੇ ਗਲੀਚੇ ਹਨ, ਬਸਤਰ ਹਨ, ਉਸ ਪਲੰਗੇ ਦੇ ਉੱਪਰ ਭਾਈ ਸੱਧੂ ਜੀ ਨੇ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਡਾਏ ਨੇ। ਇਹ ਹੁਣੇ ਨਹੀਂ ਡਾਏ, ਪਹਿਲਾਂ ਹੀ ਸਾਧ ਸੰਗਤ ਜੀ ਸਾਰੀ ਜਿਹੜੀ ਪਲੰਗਾ ਹੈ, ਬਸਤਰ ਹੈ, ਉਡੀਕ ਮਹਾਰਾਜ ਜੀ ਦੀ ਬਹੁਤ ਸਮੇਂ ਤੋਂ ਕਰ ਰਿਹਾ ਹੈ ਕਿ ਇਸ ਪਲੰਗੇ ਤੇ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਬੈਠਣਗੇ। ਇਸ ਤਰ੍ਹਾਂ ਸਿੱਖ ਦੀ ਭਾਵਨਾ ਹੈ। ਕਰ ਬੇਨਤੀ ਸਤਿਗੁਰੂ ਬਿਠਾਏ। ਦੋਨੋਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੋਹਣੇ ਪਲੰਗੇ ਤੇ ਸੁਭਾਇਮਾਨ ਕੀਤਾ ਹੈ, ਪਾਪ ਬਿਠਾਉਣਾ ਕੀਤਾ ਹੈ। ਜਥਾ ਸ਼ਕਤ ਕਰ ਅਪਰ ਫਰਸ਼ ਕੋ। ਫਿਰ ਕਹਿੰਦੇ ਜਿੰਨੇ ਯੋਗਾ ਸੀ, ਜਿਹੜੇ 5 ਗੁਰੂ ਕੇ ਸਿੱਖ ਨਾਲ ਨੇ, ਭਾਈ ਬਧੀਆ ਜੀ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਭਾਈ ਰਾਜੂ ਜੀ, ਉਹਨਾਂ ਗੁਰੂ ਕੇ ਸਿੱਖਾਂ ਨੂੰ ਸੋਹਣੀ ਫਰਸ਼ ਵਿਛਾ ਕਰਕੇ, ਫਰਸ਼ ਕਹਿੰਦੇ ਨੇ ਸਾਧ ਸੰਗਤ ਜੀ ਕੱਪੜਿਆਂ ਨੂੰ, ਗਲੀਚਿਆਂ ਨੂੰ, ਕਿਉਂਕਿ ਉਹਨਾਂ ਸਮਿਆਂ ਅੰਦਰ ਕੋਈ ਪੱਕੀਆਂ ਫਰਸ਼ਾਂ ਨਹੀਂ ਸੀ ਹੋਇਆ ਕਰਦੀਆਂ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹਨ ਕਿ ਸੋਹਣੇ ਗਲੀਚੇ, ਸੋਹਣੀਆਂ ਜਿਹੜੀਆਂ ਵਿਛਾਈਆਂ ਨੇ ਉਹ ਗੁਰੂ ਕੇ ਸਿੱਖਾਂ ਦੇ ਬਹਿਣ ਵਾਸਤੇ ਵਿਛਾਈਆਂ ਹਨ। ਸਿੱਖ ਬਿਠਾਏ ਧਾਰ ਹਰਸ਼ ਕੋ। ਤੇ ਬਹੁਤ ਪ੍ਰੇਮ ਦੇ ਸਹਿਤ ਗੁਰੂ ਕੇ ਸਿੱਖਾਂ ਨੂੰ ਭਾਈ ਸੱਧੂ ਜੀ ਨੇ ਬਿਠਾਉਣਾ ਕੀਤਾ। ਔਰ ਸਰਬ ਸੇਵਾ ਕਰਨੀ ਕੇ। ਹੋਰ ਜਿੰਨੀਆਂ ਵੀ ਸੇਵਾਵਾਂ ਨੇ, ਚਾਹੇ ਉਹ ਮਹਾਰਾਜ ਸਾਹਿਬ ਜੀ ਦੀਆਂ, ਗੁਰੂ ਕੇ ਸਿੱਖਾਂ ਦੀਆਂ, ਬਹੁਤ ਪ੍ਰੇਮ ਦੇ ਨਾਲ, ਚਾਅ ਨਾਲ ਕੀਤੀਆਂ ਹਨ। ਚਰਨ ਪਖਾਰਤ ਭਾ ਸਭ ਹੀ ਕੇ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਧੋਤੇ, ਗੁਰੂ ਕੇ ਸਿੱਖਾਂ ਦੇ ਸਾਧ ਸੰਗਤ ਜੀ ਚਰਨ ਧੋਤੇ ਹਨ। ਸ੍ਰੀ ਸਤਿਗੁਰ ਕੇ ਚਰਨ ਪਖਾਰੇ। ਫਿਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਭਾਈ ਸੱਧੂ ਜੀ ਨੇ ਧੋਤੇ ਹਨ। ਚਰਨਾ ਮ੍ਰਿਤ ਕੁਟੰਬ ਮੁਖ ਡਾਰੇ। ਦੇਖੋ ਸਾਧ ਸੰਗਤ ਜੀ ਜਿਹੜੀ ਭਾਵਨਾ ਹੈ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੱਕ ਗੁਰੂ ਕੇ ਸਿੱਖਾਂ ਨੂੰ ਚਰਨ ਪੌਲ ਦਿੱਤੀ ਜਾਇਆ ਕਰਦੀ ਸੀ। ਭਾਈ ਸੱਧੂ ਜੀ ਨੇ ਮਹਾਰਾਜ ਦੇ ਚਰਨ ਧੋਤੇ, ਉਹ ਚਰਨਾਮ੍ਰਿਤ ਆਪ ਛਕਿਆ, ਘਰਵਾਲੀ ਨੂੰ ਛਕਾਇਆ, ਪਰਿਵਾਰ ਨੂੰ ਛਕਾਇਆ ਹੈ। ਸਰਬ ਸਦਨ ਮੈਂ ਸ਼ਿਰਕਣ ਕੀ ਨਸ। ਫਿਰ ਜਿਹੜਾ ਚਰਨਾਮ੍ਰਿਤ ਵਧਿਆ ਹੈ, ਕਿੰਨੀ ਗੁਰੂ ਕੇ ਸਿੱਖ ਦੀ ਭਾਵਨਾ ਹੈ। ਸਾਧ ਸੰਗਤ ਜੀ ਸਾਰੇ ਵਿਹੜੇ ਅੰਦਰ ਛਿੱਟਾ ਦਿੱਤਾ ਹੈ ਕਿ ਮਹਾਰਾਜ ਦੇ ਚਰਨਾਂ ਦਾ ਹੀ ਜਲ ਹੈ। ਪਿਓ ਨਿਹਾਲ ਅਦਕ ਫਲ ਲੀਨਸ। ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਸਾਧ ਸੰਗਤ ਜੀ ਨਿਹਾਲ ਹੋ ਗਿਆ ਹੈ, ਬਹੁਤ ਵੱਡਾ ਜਿਹੜਾ ਫਲ ਹੈ ਮਿਲ ਗਿਆ ਹੈ। ਸਭ ਵਿਦ ਕੀ ਸੁਚਤਾ ਤਬ ਕਰੀ। ਜਦੋਂ ਸਾਧ ਸੰਗਤ ਜੀ ਸੁਚਮਤਾ ਦੇ ਨਾਲ, ਪ੍ਰੇਮ ਦੇ ਨਾਲ ਭਾਈ ਸੱਧੂ ਜੀ ਨੇ ਲੇਪਨ ਆਦ ਰਸੋਈ ਧਰੀ। ਸਾਰੀ ਜਿਹੜੀ ਕੱਚੀ ਰਸੋਈ ਸੀ ਉਹਦਾ ਲੇਪਨ ਕੀਤਾ ਹੈ, ਭਾਵ ਨੂੰ ਸੁੱਚੀ ਕੀਤਾ ਹੈ। ਭੋਜਨ ਕਰਨ ਹਾਰ ਇਸ਼ਨਾਨੇ। ਫਿਰ ਜਿਨ੍ਹਾਂ ਨੇ ਭੋਜਨ ਤਿਆਰ ਕਰਨਾ ਸੀ ਉਹਨਾਂ ਦਾ ਇਸ਼ਨਾਨ ਕਰਵਾਇਆ ਹੈ। ਸੁਚ ਸੋ ਨੀਰ ਭਿਓ ਭਰਿਆਨੇ। ਪਵਿੱਤਰਤਾ ਦੇ ਨਾਲ ਸਾਧ ਸੰਗਤ ਜੀ ਜਿਹੜਾ ਜਲ ਹੈ, ਪਾਣੀ ਹੈ, ਭਰਿਆ ਹੈ। ਬਾਸਨ ਸਕਲ ਮਾਂਜ ਕਰ ਬ੍ਰਿੰਦ। ਬੇਅੰਤ ਜਿਹੜੇ ਭਾਂਡੇ ਹਨ ਸਾਧ ਸੰਗਤ ਜੀ ਉਹ ਰੇਤਾ ਦੇ ਨਾਲ ਮਾਂਜਣਾ ਕੀਤੇ ਹਨ। ਪਾਵਨਤਾ ਕਰ ਤਬੈ ਬੁਲੰਦ। ਬਹੁਤ ਪਵਿੱਤਰਤਾ ਦੇ ਨਾਲ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਦੇ ਵਾਸਤੇ, ਮਹਾਰਾਜ ਸਾਹਿਬ ਜੀ ਦੇ ਵਾਸਤੇ ਜਿਹੜਾ ਭੋਜਨ ਹੈ, ਲੰਗਰ ਹੈ, ਤਿਆਰ ਕੀਤਾ ਹੈ। ਸੁੰਦਰ ਅੰਨ ਚੂਨ ਗੋਧੂਮ। ਫਿਰ ਕਹਿੰਦੇ ਜਿਹੜੇ ਗੋਧੂਮ ਨਾਮ ਹੈ, ਕਣਕ ਦਾ ਜਿਹੜਾ ਆਟਾ ਹੈ, ਉਸ ਨੂੰ ਮੰਗਵਾਉਣਾ ਕੀਤਾ ਹੈ। ਸੂਖਮ ਚਾਵਰ ਧਰ ਸੁਧ ਭੂਮ। ਫਿਰ ਕਹਿੰਦੇ ਜਿਹੜੇ ਚੌਲ ਨੇ ਉਹਨਾਂ ਨੂੰ ਬਣਾਉਣ ਵਾਸਤੇ ਰੱਖਿਆ ਹੈ। ਪਹਿਤ ਬਣਾਈ ਦਾਲ ਮਸਾਲੇ। ਇਸ ਤਰ੍ਹਾਂ ਸਾਧ ਸੰਗਤ ਜੀ ਬਹੁਤ ਪ੍ਰੇਮ ਦੇ ਨਾਲ ਜਿਹੜੀ ਦਾਲ ਹੈ, ਮਸਾਲੇ ਪਾ ਕਰਕੇ ਤਿਆਰ ਕੀਤੀ। ਪਾਕ ਕੀਨ ਵਿਦ ਨਾਲੇ। ਅਨੇਕਾਂ ਪ੍ਰਕਾਰ ਦੇ ਜਿਹੜੇ ਪਕਵਾਨ ਹਨ ਸਾਧ ਸੰਗਤ ਜੀ, ਕਰਾਰੇ, ਉਹ ਮਹਾਰਾਜ ਸਾਹਿਬ ਜੀ ਦੇ ਵਾਸਤੇ, ਗੁਰੂ ਕੀਆਂ ਸਿੱਖ ਸੰਗਤਾਂ ਵਾਸਤੇ ਤਿਆਰ ਹੋ ਰਹੇ ਹਨ। ਕ੍ਰਿਤ ਸੋ ਮੇਲ
ਬਣਾਇਓ ਨੀਕੇ। ਇਸ ਤਰ੍ਹਾਂ ਕਹਿੰਦੇ ਘਿਓ ਪਾ ਕਰਕੇ ਬਹੁਤ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਬਣਾਉਣਾ ਕੀਤੇ ਹਨ ਪਦਾਰਥ। ਕਰ ਤਿਆਰੀ ਭੋਜਨ ਸਭ ਹੀ ਕੋ। ਜਦੋਂ ਕਹਿੰਦੇ ਸਾਰਾ ਭੋਜਨ ਤਿਆਰ ਹੋ ਗਿਆ ਹੈ ਮਹਾਰਾਜ ਸਾਹਿਬ ਜੀ ਦੇ ਵਾਸਤੇ, ਸਿੱਖਾਂ ਦੇ ਵਾਸਤੇ, ਬਹੁ ਦੀਪਕ ਸਗਰੇ ਘਰ ਕਰੇ। ਜਦੋਂ ਸਾਧ ਸੰਗਤ ਜੀ ਸ਼ਾਮ ਦਾ ਸਮਾਂ ਹੋ ਗਿਆ, ਹਨੇਰਾ ਹੋ ਗਿਆ ਹੈ, ਸਾਰੇ ਘਰ ਦੇ ਅੰਦਰ ਉਦੋਂ ਬਿਜਲੀ ਦਾ ਪ੍ਰਬੰਧ ਨਹੀਂ ਸੀਗਾ, ਤੇ ਉਦੋਂ ਫਿਰ ਮਹਾਰਾਜ ਸਾਹਿਬ ਜੀ ਘਰ ਵਿੱਚ ਨੇ। ਭਾਈ ਸੱਧੂ ਜੀ ਨੇ ਸਾਰੇ ਘਰ ਅੰਦਰ ਸਾਧ ਸੰਗਤ ਜੀ ਦੀਵੇ ਜਗਾਏ ਹਨ, ਦੀਪਮਾਲਾ ਕੀਤੀ ਹੈ। ਚੌਂਕੀ ਨਈ ਡਸਾਈ ਤਰੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸੋਹਣੀ ਇੱਕ ਚੌਂਕੀ ਜਿਹੜੀ ਹੈ ਉਹ ਵੀ ਵਿਛਾਉਣਾ ਕੀਤੀ ਹੈ, ਡੋਣਾ ਕੀਤੀ ਹੈ। ਹੱਥ ਜੋੜ ਆਗੇ ਹੋਏ ਖਰੇ। ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਭਾਈ ਸੱਧੂ ਜੀ ਖਲੋ ਗਏ ਹਨ। ਕਹੋ ਗੁਰੂ ਜੀ ਭੋਜਨ ਕਰੋ। ਕੀ ਬੇਨਤੀ ਕਰਦੇ ਨੇ ਭਾਈ ਸੱਧੂ ਜੀ? ਗੁਰੂ ਜੀ ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਵਾਸਤੇ ਭੋਜਨ ਤਿਆਰ ਹੈ, ਲੰਗਰ ਛਕੋ। ਸੁਣ ਤੋਂ ਉਠੈ ਲਗ ਪ੍ਰੇਮ ਕਨੇਰਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਦੀ ਭਾਵਨਾ ਵੇਖੀ ਹੈ। ਭਾਵਨਾ ਨੂੰ ਵੇਖ ਕੇ, ਪ੍ਰੇਮ ਨੂੰ ਵੇਖ ਕੇ ਮਹਾਰਾਜ ਉੱਠੇ ਹਨ। ਚੌਂਕੀ ਪਰ ਬੈਠੇ ਤੇ ਸਵੇਰਾ। ਜਦੋਂ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੋਹਣੀ ਚੌਂਕੀ ਦੇ ਉੱਪਰ ਸ਼ੋਭਾਇਮਾਨ ਹਨ, ਬੈਠ ਗਏ ਹਨ। ਬ੍ਰਥ ਬ੍ਰਥ ਕਰ ਥਾਲ ਪਰੋਸਾ। ਕਹਿੰਦੇ ਗੁਰੂ ਕੇ ਸਿੱਖਾਂ ਨੂੰ, ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਕੱਲਿਆਂ ਕੱਲਿਆਂ ਗੁਰੂ ਕੇ ਸਿੱਖਾਂ ਨੂੰ ਥਾਲ ਜਿਹੜੇ ਨੇ ਰੱਖਣਾ ਕੀਤੇ। ਅੱਖ ਭੋਜ ਲੇਜ ਅਰ ਚੋਸਾ। ਅਨੇਕਾਂ ਪ੍ਰਕਾਰ ਦਾ ਜਿਹੜਾ ਭੋਜਨ ਹੈ ਸਾਧ ਸੰਗਤ ਜੀ ਪਾਉਣਾ ਕੀਤਾ ਹੈ। ਪੁਰਸ਼ ਮਦਰ ਅਰ ਤਿਕਤ ਸਲੋਨ। ਕਹਿੰਦੇ ਜਿਹੜਾ ਮਧੁਰ ਮਿੱਠਾ ਭੋਜਨ ਹੈ, ਸਲੂਣਾ ਭੋਜਨ ਹੈ। ਅਗੇ ਧਰਿਓ ਗੁਰੂ ਕੇ ਤੌਣ। ਜਦੋਂ ਗੁਰੂ ਕੇ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਰੱਖਣਾ ਕੀਤਾ ਹੈ ਭੋਜਨ। ਹੱਥ ਜੋੜ ਸਨਮੁਖ ਰਹਿ ਕਰੋ। ਧੰਨ ਭਾਈ ਸੱਧੂ ਜੀ ਦੋਨੋਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਖਲੋਤਾ ਹੈ। ਚਾਹਤ ਹੁਕਮ ਸੋ ਸੇਵਾ ਕਰੋ। ਚਾਹੁੰਦਾ ਹੈ ਕਿ ਮਹਾਰਾਜ ਮੈਨੂੰ ਹੁਕਮ ਕਰੇ ਤੇ ਮੈਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਾਂ। ਸਿੱਖਣ ਸਹਿ ਸੋ ਕਰਿਓ ਆਹਾਰੇ। ਸਿੱਖਾਂ ਦੇ ਸਮੇਤ, ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਸਮੇਤ, ਸਿੱਖਾਂ ਦੇ ਸਮੇਤ ਭੋਜਨ ਰੱਖਣਾ ਕੀਤਾ। ਤ੍ਰਿਪਤ ਭਏ ਸਭ ਹਾਥ ਪਖਾਰੇ। ਸਾਰੇ ਗੁਰੂ ਕੇ ਸਿੱਖਾਂ ਨੇ ਭੋਜਨ ਛਕਿਆ, ਮਹਾਰਾਜ ਜੀ ਨੇ ਭੋਜਨ ਛਕਿਆ। ਫਿਰ ਜਿਹੜੇ ਹੱਥ ਨੇ ਸੁੱਚੇ ਕਰਵਾਏ ਹਨ। ਸੱਧੂ ਮਾਨ ਰਾਖਬੈ ਕਾਰਨ। ਕਹਿੰਦੇ ਭਾਈ ਸੱਧੂ ਜੀ ਦਾ ਮਾਨ ਤੇ ਸਤਿਕਾਰ ਰੱਖਣ ਦੇ ਵਾਸਤੇ ਸਵਾਦ ਸਰਾਹਤ ਭਲੇ ਆਹਾਰਨ। ਸੱਚੇ ਪਾਤਸ਼ਾਹ ਕਹਿੰਦੇ ਭਾਈ ਸੱਧੂ ਤੇਰਾ ਭੋਜਨ ਬੜਾ ਸਵਾਦ ਹੈ, ਤੇਰੇ ਭੋਜਨ ਨੂੰ ਛਕ ਕੇ ਬੜਾ ਆਨੰਦ ਆਇਆ ਹੈ। ਹੱਥ ਜੋੜ ਕਹਿ ਮੈਂ ਕਿਸ ਲਾਇਕ। ਹੱਥ ਜੋੜ ਲਏ ਭਾਈ ਸਾਧੂ ਜੀ ਨੇ, ਮਹਾਰਾਜ ਸੱਚੇ ਪਾਤਸ਼ਾਹ ਮੈਂ ਇੰਨੇ ਜੋਗਾ ਨਹੀਂ ਹਾਂ, ਆਪ ਜੀ ਨੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ। ਦੀਨ ਦਿਆਲ ਤੁਮ ਸਹਿ ਸੁਭਾਵਕ। ਮਹਾਰਾਜ ਜੀ ਆਪ ਜੀ ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਸੁਤੇ ਸਿਧ ਮੇਰੇ ਘਰ ਅੰਦਰ ਆਪ ਜੀ ਨੇ ਚਰਨ ਪਾਏ ਹਨ। ਜਿਵੰਦਰ ਜੋਦਨ ਆਦਿਕ ਤਿਆਗੇ। ਜਿਵੇਂ ਸਾਧ ਸੰਗਤ ਜੀ ਭਗਵਾਨ ਕ੍ਰਿਸ਼ਨ ਜੀ ਨੇ ਦੁਰਯੋਧਨ ਦੇ ਘਰ ਨੂੰ ਛੱਡ ਕਰਕੇ ਸਦਨ ਬਿਦਰ ਕੇ ਬਸ ਨਰਾਗੇ। ਤੇ ਪ੍ਰੇਮ ਦੇ ਵਸੀਕਾਰ ਹੋ ਕੇ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਬਿਦਰ ਦੇ ਘਰ ਅੰਦਰ ਚਲੇ ਗਏ ਸਨ। ਸੋ ਬਿਦ ਆਜ ਭਈ ਮਮ ਸਾਥ। ਇਹ ਸੱਚੇ ਪਾਤਸ਼ਾਹ ਤੇਵੇਂ ਲਾਹੌਰ ਦੀ ਧਰਤੀ ਅੰਦਰ ਸਿੱਖਾਂ ਦੀ ਕਮੀ ਨਹੀਂ, ਫਿਰ ਅਮੀਰ ਸਿੱਖਾਂ ਦੀ ਕਮੀ ਨਹੀਂ, ਧਨਾੜ ਸਿੱਖਾਂ ਦੀ ਕਮੀ ਨਹੀਂ, ਮਹੱਲਾਂ ਦੀ ਕਮੀ ਨਹੀਂ। ਮਹਾਰਾਜ ਆਪ ਜੀ ਨੇ ਗਰੀਬ ਨੂੰ ਨਿਹਾਲ ਕਰਨ ਵਾਸਤੇ ਗਰੀਬ ਦੀ ਕੁੱਲੀ ਅੰਦਰ ਚਰਨ ਪਾਏ ਹਨ। ਸਭ ਕੋ ਤਜ ਮਮ ਘਰ ਬਸ ਨਾਥ। ਸਾਰੇ ਸਿੱਖਾਂ ਦੇ ਘਰ ਛੱਡ ਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਆਪ ਜੀ ਨੇ ਮੇਰੇ ਘਰ ਅੰਦਰ ਚਰਨ ਪਾਏ ਹਨ। ਰੋਚਰ ਚਰਿਤਰ ਬਚਿੱਤਰ ਪਵਿੱਤਰ। ਇਹ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੇ ਕੌਤਕ ਬੜੇ ਸੁੰਦਰ ਹਨ। ਆਪ ਜੀ ਦੇ ਮਹਾਰਾਜ ਸਰੀਰ ਜਿਹੜਾ ਹੈ ਮਹਾਰਾਜ ਬੜੇ ਸੁੰਦਰ ਹੈ, ਦਰਸ਼ਨ ਹੋਏ ਹਨ। ਸੋ ਕਹਿ ਸਕੇ ਆਪ ਕੋ ਚਿੱਤਰ। ਭਾਈ ਸੱਧੂ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰੀ ਕੀ ਔਕਾਤ ਹੈ, ਮੈਂ ਆਪ ਜੀ ਦੀ ਵਡਿਆਈ ਨੂੰ ਕਹਿ ਸਕਾਂ, ਉਪਮਾ ਨੂੰ ਕਹਿ ਸਕਾਂ। ਪਹੁੰਚੇ ਜਬੈ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੋਹਣੇ ਪਲੰਗੇ ਤੇ ਬੈਠ ਗਏ ਹਨ। ਭੋਜਨ ਯਚੋ ਤ੍ਰਿਆ ਜੋਤ ਤਬੈ। ਉਦੋਂ ਸਾਧ ਸੰਗਤ ਜੀ ਭਾਈ ਸੱਧੂ ਜੀ ਨੇ, ਇਹਨਾਂ ਦੀ ਘਰਵਾਲੀ ਨੇ ਭੋਜਨ ਛਕਿਆ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਪਹੁੰਚ ਚੁੱਕੇ ਹਨ। ਕਿਵੇਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਣ ਦੇ ਵਾਸਤੇ ਵੱਡੇ ਵੱਡੇ ਧਨਾੜ ਸਿੱਖ ਆਉਣਗੇ। ਫਿਰ ਸਾਧ ਸੰਗਤ ਜੀ ਚੰਦੂ ਨੂੰ ਪਤਾ ਲੱਗੇਗਾ, ਜਹਾਂਗੀਰ ਬਾਦਸ਼ਾਹ ਦੇ ਪਾਸ ਜਾ ਕੇ ਚੁਗਲੀ ਕਰੇਗਾ। ਫਿਰ ਸਾਧ ਸੰਗਤ ਜੀ ਜਹਾਂਗੀਰ ਬਾਦਸ਼ਾਹ ਵਜ਼ੀਰ ਖਾਨ ਨੂੰ ਭੇਜੇਗਾ ਕਿ ਗੁਰੂ ਅਰਜਨ ਦੇਵ ਨੂੰ ਬੁਲਾ ਕੇ ਲਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬਾਦਸ਼ਾਹ ਨੂੰ ਮਿਲਣਗੇ ਕਿ ਆਪਾਂ ਕੱਲ੍ਹ ਦੀ ਦੀਵਾਨਾਂ ਅੰਦਰ ਸਰਵਣ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਮੁੱਚੀ ਸੰਗਤ ਦਾ ਧੰਨਵਾਦ, ਕੋਟਾਨ ਕੋਟ ਧੰਨਵਾਦ। ਦੀਨ ਦੁਨੀਆ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।